ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਹ ਸਨੇਹ ਨਾ ਭੂਲ ਕਰੇ, ਅਰ ਸਾਧ ਸਨੇਹ ਸਦਾ ਨਿਰਬਾਹੀ। ਮਾਨਵ ਮਾਹਿ ਮਹਾਤਮ ਕੇ ਬ੍ਰਤ ਧਨ ਵਹੀ, ਜੇ ਧਰੇ ਜਗ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਰ ਸਮਰਤ ਆਪਾਂ ਪੜ੍ਹ ਸੁਣ ਰਹੇ ਹਾਂ, ਜਿਹਦੇ 80 ਛੰਦ ਹੋ ਚੁੱਕੇ ਹੈ। ਰਿਕਾਰਡਿੰਗ ਨਾ ਹੋਣੇ ਕਰਕੇ 2 ਤੁਕਾਂ ਦਾ ਅਰਥ ਰਹਿ ਗਿਆ ਸੀ, ਇਸ ਕਰਕੇ ਆਪਾਂ ਛੰਦ ਦਾ ਜਿੱਥੋਂ ਛੱਡਿਆ ਉੱਥੋਂ ਹੀ ਪ੍ਰਾਰੰਭ ਕਰ ਰਹੇ ਹਾਂ। ਦੇਹ ਸਨੇਹ ਨਾ ਭੂਲ ਕਰੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਹੈ, ਕਦੇ ਵੀ ਭੁੱਲ ਕੇ ਦੇਹ ਸਨੇਹ, ਆਪਣੀ ਦੇਹ ਦਾ ਸਨੇਹ ਕਹੀਏ, ਮੋਹ ਨਾ ਕਰੇ। ਭਾਵ ਕਿ ਦੇਹ, ਇਹ ਜਿਹੜਾ ਸਰੀਰ ਹੈ, ਸਰੀਰਾਂ ਦਾ ਸਨੇਹ ਮੋਹ ਭੁੱਲ ਕੇ ਵੀ ਕਦੀ ਨਾ ਕਰੇ। ਚੰਮ ਵੇਖ ਕੇ ਕਦੀ ਮੋਹ ਨਾ ਕਰੇ। ਹਰ ਸਾਧ ਸਨੇਹ ਸਦਾ ਨਿਰਬਾਹੀ। ਔਰ ਅਤੇ ਜਿਹੜੇ ਸਾਧ ਸ੍ਰੇਸ਼ਠ ਮਹਾਤਮਾ ਮਹਾਂਪੁਰਖ ਸਾਧੂ ਹੈ, ਉਹਨਾਂ ਦੇ ਨਾਲ ਸਦਾ ਹਮੇਸ਼ਾ ਹੀ ਸਨੇਹ ਜਿਹੜਾ ਹੈ ਉਹ ਪ੍ਰੇਮ ਮੋਹ ਨਿਰਬਾਹ ਕਰਨਾ ਕਰੇ, ਪ੍ਰੇਮ ਦਾ ਨਿਰਬਾਹ ਕਰਨਾ ਕਰੇ। ਭਾਵ ਸੰਤਾਂ ਨਾਲ ਪ੍ਰੇਮ ਨੂੰ ਤੋੜ ਨਿਭਾਉਣਾ ਚਾੜਨਾ ਕਰੇ। ਮਹਾਰਾਜ ਜੀ ਕਹਿੰਦੇ ਹੈ ਕਿ ਮਿਥਿਆ ਤਨ ਧਨ ਕੁਟੰਬ ਸੁਭਾਇਆ। ਇਹ ਜਿਹੜੇ ਸਰੀਰ ਪਰਿਵਾਰ ਮੋਹ, ਇਹ ਤਾਂ ਮਿਥਿਆ ਹੀ ਹੈ ਸਾਰੇ। ਭਾਵ ਮਿਥਿਆ ਕੀ ਹੁੰਦਾ? ਜੋ ਸੱਚ ਨਾ ਹੋਵੇ ਤੇ ਪ੍ਰਤੀਤ ਹੀ ਹੋਵੇ, ਉਸ ਨੂੰ ਕਹੀਏ ਹੈ ਮਿਥਿਆ। ਤੇ ਇਹ ਮਿਥਿਆ ਸਰੀਰਾਂ ਦੇ ਨਾਲ ਮੋਹ ਨਾ ਕਰੇ ਭੁੱਲ ਕੇ। ਜਿਹੜੇ ਕੋਈ ਸਾਧੂ ਹੈ, ਸ੍ਰੇਸ਼ਠ ਮਹਾਤਮਾ, ਉਹਨਾਂ ਦੇ ਨਾਲ ਹਮੇਸ਼ਾ ਹੀ ਸਨੇਹ ਮੋਹ ਪ੍ਰੇਮ ਪਿਆਰ ਨਿਭਾਉਣਾ ਕਰੇ, ਨਿਰਬਾਹ ਕਰਨਾ ਕਰੇ। ਭਾਵ ਸੰਤਾਂ ਨਾਲ ਤੋੜ ਨਿਭੇ। ਐਸਾ ਰਹੇ ਮੋਹ ਕਰੇ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਇਸ ਤਰ੍ਹਾਂ ਪ੍ਰੇਮ ਕਰੇ ਸੰਤਾਂ ਨਾਲ। ਮਹਾਰਾਜ ਕਹਿੰਦੇ ਹੈ, ਨਾਨਕ ਕੱਚੜਿਆਂ ਸੋ ਤੋੜ, ਢੂਢ ਸੱਜਣ ਸੰਤ ਪਾਕਿਆਂ, ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਮਾਨਵ ਮਾਹਿ ਮਹਾਤਮ ਕੇ ਬ੍ਰਤ, ਇਹ ਉਹੀ ਅਰਥ। ਮਾਨਵ ਮਾਹਿ, ਜਿਹੜੇ ਮਨੁੱਖ ਹੈ, ਉਹਨਾਂ ਦੀਆਂ ਜਿਹੜੀਆਂ ਦੇਹਾਂ ਦੇ ਮਾਹੇ ਵਿੱਚ ਜੋ ਮਨੁੱਖਾਂ ਦੇਹ ਦੇ ਵਿੱਚ ਜਿਹੜੇ ਕੋਈ ਮਹਾਤਮ ਕੇ ਬ੍ਰਤ, ਮਹਾਤਮਾ ਸੰਤ ਜਨ ਮਹਾਂਪੁਰਸ਼ ਹੈ, ਉਹਨਾਂ ਦੇ ਬ੍ਰਤ ਜਿਹੜੇ ਨਿਯਮ ਕਾਇਮ ਕੀਤੇ ਹੈ, ਕਥਨ ਕੀਤੇ ਹੈ, ਜਾਂ ਉਹਨਾਂ ਨੇ ਆਪ ਧਾਰਨ ਕੀਤੇ ਹੈ। ਧਨ ਵਹੀ ਜੇ ਧਰੇ ਜਗ ਮਾਹੀ। ਜਿਹੜਾ ਵੀ ਮਨੁੱਖ ਉਹਨਾਂ ਨਿਯਮਾਂ ਨੂੰ ਜਗਮਈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਧਰੇ ਧਾਰਨ ਕਰਦਾ ਹੈ। ਕਵੀ ਜੀ ਕਹਿੰਦੇ, ਧਨ ਵਹੀ, ਉਹ ਮਨੁੱਖ ਧਨਤਾ ਯੋਗ ਹੈ। ਇਹਦਾ ਉਹੀ ਅਰਥ ਉੱਪਰ ਪਹਿਲਾਂ ਹੋ ਚੁੱਕਾ ਹੈ। ਸਵਈਆ ਸ਼ੇਸ਼ ਧਰੇ ਧਰਣੀ ਸਿਰ ਮੈਂ। ਪੁਰਾਣਾ ਅਨੁਸਾਰ ਜੋ ਕਥਾ ਹੈ ਉਹ ਇਹ ਹੈ ਕਿ ਸ਼ੇਸ਼ ਧਰੇ, ਜਿਹੜਾ ਸ਼ੇਸ਼ਨਾਗ ਹੈ, ਉਹਨੇ ਆਪਣੇ ਜਿਹੜਾ ਸਿਰ ਸੀਸ ਹੈ, ਉਹ ਸੀਸ ਦੇ ਮੈਂ ਕਹੀਏ ਵਿੱਚ ਜਾਂ ਉੱਪਰ, ਸੀਸ ਦੇ ਉੱਪਰ ਧਰਤੀ ਜਿਹੜੀ ਹੈ ਧਾਰਨ ਕੀਤੀ ਚੁੱਕੀ ਹੋਈ ਹੈ।
ਪੁਰਾਣਾਂ ਅਨੁਸਾਰ ਦੱਸਿਆ ਗਿਆ ਹੈ ਵੀ ਸ਼ੇਸ਼ ਧਰੇ ਧਰਨੀ ਸਿਰ ਮੈਂ। ਸ਼ੇਸ਼ ਨਾਗ ਆਪਣੇ ਸਿਰ ਦੇ ਵਿੱਚ ਜਾਂ ਸਿਰ ਦੇ ਉੱਪਰ ਧਰਨੀ ਧਰਤੀ ਨੂੰ ਧਰੇ ਧਾਰਨ ਕੀਤਾ ਹੋਇਆ ਚੁੱਕਿਆ ਹੋਇਆ ਹੈ। ਔਰ ਸੂਰ ਫਿਰੇ ਸੋ ਸਦਾ ਨਭ ਮਾਹੀ। ਔਰ ਅਤੇ ਜਿਹੜੇ ਸੂਰਜ ਵੀ ਹੈ ਉਹ ਆਪਣੇ ਨਿਯਮ ਅਨੁਸਾਰ ਸਦਾ ਹਮੇਸ਼ਾ ਹੀ ਨਭ ਮਾਹੀ ਆਕਾਸ਼ ਦੇ ਵਿੱਚ ਫਿਰ ਰਿਹਾ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਵੀ ਵੇਖ ਲਓ ਨਿਯਮ ਅਨੁਸਾਰ ਸ਼ੇਸ਼ ਨਾਗ ਨੇ ਧਰਤੀ ਸਿਰ 'ਤੇ ਰੱਖੀ ਹੋਈ ਹੈ ਅਤੇ ਸੂਰਜ ਸਦਾ ਨਭ ਮਾਹੀ ਆਕਾਸ਼ ਵਿੱਚ 700 ਮੁੱਖਾਂ ਵਾਲਾ ਚਿੱਟਾ ਰੰਗ ਦਾ ਘੋੜਾ ਲੈ ਕੇ ਰੱਥ ਆਪਣਾ ਫਿਰ ਰਿਹਾ ਹੈ। ਸ਼ੇਸ਼ ਨਾਗ ਦੇ ਬਾਰੇ ਪੁਰਾਣਾਂ ਵਿੱਚ ਇਵੇਂ ਵੀ ਕਥਾ ਆਉਂਦੀ ਹੈ। ਸ਼ੇਸ਼ ਨਾਗ ਇੱਕ ਨਾਗ ਵੰਸ਼ ਜੋ ਪਤਾਲ ਦਾ ਰਾਜਾ ਮੰਨਿਆ। ਅਤੇ ਪੁਰਾਣਿਕ ਕਥਾ ਐਵੇਂ ਆ ਵੀ ਇਹਦੇ 1000 ਸਿਰ ਹਨ। ਉਹਦੇ ਗੁਰਬਾਣੀ 'ਚ ਵੀ ਆਉਂਦਾ, ਦਸਮ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ। ਇਹਦੇ ਵਿੱਚ ਕੋਈ ਸ਼ੰਕਾ ਹੈ ਹੀ ਨਹੀਂ। 1000 ਸਿਰ ਹਨ ਅਤੇ ਜੋ ਵਿਸ਼ਨੂੰ ਭਗਵਾਨ ਦੇ ਉੱਪਰ ਛਾਇਆ ਕਰਦੇ ਹਨ। ਜਿਹੜੇ ਸਿਰ ਫਨ ਹੈ 2000 ਇਹਦੀ ਰਸਨਾ ਹੈ। ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਧੁਰ ਮਨ ਮੋਹ ਨਾ ਜਾਨਾ। ਉਹ ਵਿਸ਼ਨੂੰ ਭਗਵਾਨ ਦੇ ਉੱਪਰ ਛਾਇਆ ਕਰਦੇ ਆ ਅਤੇ 7 ਪਤਾਲ ਇਹਦੇ ਸਿਰ ਉੱਪਰ ਹਨ। ਕਈ ਦੇਵੇਂ ਕਹਿੰਦੇ ਵਿਸ਼ਨੂੰ ਪੁਰਾਣ ਵਿੱਚ ਵੇਦ ਵਿਆਸ ਜੀ ਲਿਖਦੇ ਹੈ ਕਿ ਜਦ ਕਦੀ ਇਹ ਉਬਾਸੀ ਲੈਂਦਾ ਤਾਂ ਭੁਚਾਲ ਆ ਜਾਂਦਾ। ਇਹਦੀ ਬਾਸੀ ਐਸੀ ਹਰੇਕ ਕਲਪ ਵਰ੍ਹਿਆਂ ਦੇ ਅੰਤ ਵਿੱਚ ਮੂੰਹ ਵਿੱਚੋਂ ਅੱਗ ਕੱਢਦਾ। ਉਹ ਕਲਪ ਵਰ੍ਹੇ ਕਿੰਨੇ ਹੁੰਦੇ ਵੀ 4 ਅਰਬ 32 ਕਰੋੜ ਵਰ੍ਹਾ ਜਦੋਂ ਬੀਤਦਾ ਅਤੇ ਅੰਤ ਵਿੱਚ ਇਹ ਮੂੰਹ ਵਿੱਚੋਂ ਅੱਗ ਕੱਢਦਾ, ਜਿਸ ਨਾਲ ਸਾਰੇ ਲੋਕ ਹੀ ਭਸਮ ਹੋ ਜਾਂਦੇ ਹਨ। ਇਹਦਾ ਰੂਪ ਇਉਂ ਵੀ ਦੱਸਿਆ ਕਿ ਇਸ ਦਾ ਉਹਦਾ ਜਿਹਾ ਰੰਗ ਆ ਚਿੱਟਾ ਜਿਹਾ, ਗਲ ਵਿੱਚ ਚਿੱਟੀ ਮਾਲਾ, ਇੱਕ ਹੱਥ ਵਿੱਚ ਹਲ ਲਿਆ ਇਹਨੇ, ਦੂਸਰੇ ਵਿੱਚ ਚੱਟੂ ਹੈ। ਇਸ ਨੂੰ ਅਨੰਤ ਵੀ ਆਖਦੇ ਆ। ਇਹਦੀ ਸ਼ੇਸ਼ ਨਾਗ ਦੀ ਇਸਤਰੀ ਦਾ ਨਾਮ ਅਨੰਤ ਸਰੀਸ਼ਾ ਹੈ। ਪੁਰਾਣਾਂ ਵਿੱਚ ਜਿਵੇਂ ਲਿਖਿਆ। ਕਈ ਤਾਂ ਵਿਸ਼ਨੂੰ ਨੂੰ ਵਾਸਕ ਨਾਗ ਮੰਨੀ ਜਾਂਦੇ ਪਰ ਨਹੀਂ, ਵਾਸਕ ਨਾਗ ਵੱਖਰਾ ਹੈ। 8 ਪ੍ਰਕਾਰ ਦੇ ਨਾਗ ਮੁੱਖ ਅਤੇ ਜਿਹੜਾ ਸ਼ੇਸ਼ ਨਾਗ ਵੱਖਰਾ ਹੈ। ਪੁਰਾਣਾਂ ਵਿੱਚ ਇਹ ਜਿਹੜੀ ਲਿਖਿਆ ਅਤੇ ਦਸਮ ਗ੍ਰੰਥ ਸਾਹਿਬ ਵਿੱਚ ਵੀ ਮਹਾਰਾਜ ਜੀ ਨੇ ਲਿਖਿਆ ਹੀ ਹੈ। ਕਸ਼ਪ ਜਿਹੜਾ ਦਸ਼ਪਤੀ ਰਾਜਾ ਸੀ ਜੀ, 10,000 ਲੜਕੀ ਜਿਹਨੇ ਆਪਣੀ ਧਿਆਨ ਕੀਤੀ ਸੀ ਅਤੇ ਕਸ਼ਪ ਰਿਸ਼ੀ ਨਾਲ ਦੀ ਲੜਕੀਆਂ ਦੀ ਸ਼ਾਦੀ ਹੋਈ, ਜਿਹਦੇ ਵਿੱਚ ਕਦਰੂ ਸੀ ਜੋ ਲੜਕੀ, ਉਹਦੇ ਘਰ ਨਾਗ ਹੋਏ ਸਨ। ਦਿੱਤੀ, ਅਦਿਤੀ, ਕਦਰੂ ਉਹਦੀ ਲੜਕੀਆਂ ਸਨ। ਜਿਹੜੀ ਕਦਰੂ ਸੀ ਉਹਦੇ ਘਰ ਨਾਗ ਪੈਦਾ ਹੋਏ, ਉਹਦਾ ਪੁੱਤਰ ਮੰਨਿਆ ਇਹਨੂੰ। ਅਤੇ ਬਲਰਾਮ ਜੋ ਕ੍ਰਿਸ਼ਨ ਭਗਵਾਨ ਦੇ ਵੱਡੇ ਭਾਈ ਸਨ, ਉਹਦਾ ਹੀ ਅਵਤਾਰ ਦੱਸਿਆ ਇਹਨਾਂ ਨੂੰ, ਸ਼ੇਸ਼ ਨਾਗ ਨੂੰ। ਜਿਹੜਾ ਸ਼ੇਸ਼ ਨਾਗ ਹੈ ਉਹਦਾ ਅਵਤਾਰ ਬਲਰਾਮ ਨੂੰ ਕਿਹਾ ਹੈ। ਇਹਦੀ ਜਿਹੜੀ ਕੁੰਜ ਆ ਉਹਨੂੰ ਮਣੀਦੀਪ ਕਹਿੰਦੇ ਆ। ਇਹਦੇ ਘਰ ਨੂੰ ਮਣੀ ਭਿੱਤ ਜਾਂ ਮਣੀ ਮੰਡਪ ਆਖਦੇ ਹਨ। ਪੁਰਾਣਾਂ ਵਿੱਚ ਹੋਰ ਬਹੁਤ ਕੁਝ ਲਿਖਿਆ ਹੋਇਆ ਹੈ। ਧਾਰ ਗਦਾ ਅਬ ਲਓ ਹਰਿ ਜੀ, ਨਿਯਮ ਦੀ ਗੱਲ ਹੀ ਕਰਦੇ ਆ ਵੀ ਵੇਖ ਲਓ ਹਰਿ ਜੀ ਜੋ ਵਿਸ਼ਨੂੰ ਭਗਵਾਨ ਜੀ ਹਨ। ਅਬ ਲਓ ਹੁਣ ਤੱਕ ਆਪਣੇ ਮੋਢੇ 'ਤੇ ਜਾਂ ਹੱਥ ਵਿੱਚ ਲੈ ਕੇ ਜਿਹੜੀ ਗਦਾ ਗੁਰਜ ਹੈ ਧਾਰ, ਉਹਨੂੰ ਧਾਰਿਆ ਹੋਇਆ ਭਾਵ ਧਾਰ ਕਰਕੇ ਬਲ ਦੁਆਰ ਰਹੇ ਸੋ ਪਤਾਲ ਕੇ ਮਾਹੀ। ਪਤਾਲ
ਕੇ ਮਾਹੀ। ਪਤਾਲ ਕੀ ਦਾ ਅਰਥ ਦੇ। ਪਤਾਲ ਦੇ ਵਿੱਚ ਬਲ ਰਾਜਾ ਜਿਹੜਾ ਸੀ ਉਹਦੇ ਦੁਆਰ ਬੂਹੇ 'ਤੇ ਖਲੋ ਰਹੇ ਹਨ। ਕਿ ਧਾਰ ਗਦਾ ਬਲੌਹਰ ਜੀ। ਭਗਵਾਨ ਵਿਸ਼ਨੂੰ ਜੀ ਹੁਣ ਤੱਕ ਗੁਰਜ ਧਾਰ ਕੇ ਬਲ ਰਾਜੇ ਦੇ ਦੁਆਰ ਦੇ ਜੋ 7ਵੇਂ ਪਤਾਲ 'ਚ ਧੱਸਿਆ ਹੋਇਆ ਸੀ, ਪਤਾਲ ਦੇ ਵਿੱਚ ਖੜੇ ਹੋ ਰਹੇ, ਦਰਵਾਜ਼ੇ ਦੇ ਪਹਿਰਾ ਦੇ ਰਹੇ। ਕਈਆਂ ਦਾ ਦਿਨ ਕਹਿਣਾ ਵੀ ਤਿੰਨੇ ਦੇਵਤੇ 4-4 ਮਹੀਨੇ 1 ਸਾਲ ਦਾ ਪਹਿਰਾ ਦਿੰਦੇ ਹਨ। ਪੁਰਾਣਾ ਵਿੱਚ ਇਹਦੇ ਵੀ ਕਥਾ ਨਹੀਂ ਆਉਂਦੀ ਕਿ ਬਲ ਰਾਜਾ ਜਿਹੜਾ ਸਤਿਯੁਗ ਦੇ ਭਗਤ ਪ੍ਰਹਲਾਦ ਜੀ ਦਾ ਪੋਤਰਾ ਅਤੇ ਭਗਤ ਪ੍ਰਹਲਾਦ ਜੀ ਦੇ ਪੁੱਤਰ ਵਿਰੋਚਨ ਦਾ ਪੁੱਤਰ ਸੀ। ਇਹ ਜੋ ਬਲ ਰਾਜਾ ਵਿੰਧਿਆਵਲੀ ਦੇ ਉਦਰ ਤੋਂ ਪੈਦਾ ਹੋਇਆ, ਇਹ ਐਸਾ ਪ੍ਰਤਾਪੀ ਰਾਜਾ ਸੀ ਕਿ ਇਸ ਨੇ ਇੰਦਰ ਨੂੰ ਜਿੱਤ ਕੇ ਤਿੰਨਾਂ ਲੋਕਾਂ ਵਿੱਚ ਹੀ ਆਪਣਾ ਰਾਜ ਭਾਗ ਸਥਾਪਿਤ ਕੀਤਾ। 101 ਅਸ਼ਵਮੇਧ ਯੱਗ ਕੀਤਾ ਸੀ ਇਹਨੇ। ਦੇਵਤਿਆਂ ਦੇ ਆਖੇ ਲੱਗ ਕੇ ਵਿਸ਼ਨੂੰ ਭਗਵਾਨ ਨੇ ਇੰਦਰ ਦੇ ਕਹਿਣ ਕਰਕੇ ਬਲ ਰਾਜੇ ਨੂੰ ਛਾਣ ਲਈ ਵਾਮਨ ਅਵਤਾਰ ਜਿਹੜਾ ਭਾਵ 52 ਉਂਗਲਾਂ ਦਾ ਚੱਪੇ ਤਰ੍ਹਾਂ ਰੁੱਖ ਕਰਕੇ ਚੱਪੇ ਰੁੱਖ 'ਤੇ ਅਵਤਾਰ ਧਾਰਨ ਕੀਤਾ ਸੀ। ਅਤੇ ਬਲ ਰਾਜੇ ਤੋਂ 2.5 ਕਰਮਾਂ ਜ਼ਮੀਨ ਮੰਗੀ ਸੀ। ਸਾਖੀ ਲੰਮੇਰੀ ਟੂਕ ਮਾਤਰ। ਬਲ ਰਾਜੇ ਨੇ ਦੈਂਤ ਗੁਰੂ ਸ਼ੁਕਰਾਚਾਰੀਏ ਦਾ ਜਿਹੜਾ ਇਹਦਾ ਗੁਰੂ ਸੀ, ਬਲ ਰਾਜੇ ਦਾ ਦੈਂਤ ਗੁਰੂ, ਉਹਨੇ ਵਰਜਿਆ ਵੀ ਇਹ ਵਿਸ਼ਨੂੰ ਛੱਲ ਲਿਆ ਹੈ। ਪਰ ਇਹ ਬਲ ਰਾਜਾ ਕਹਿੰਦਾ ਵੀ ਜੇ ਵਿਸ਼ਨੂੰ ਵੀ ਮੰਗਤਾ ਬਣ ਕੇ ਮੇਰੇ ਦਰ 'ਤੇ ਆ ਗਿਆ ਕਾਹਦਾ ਘਾਟਾ। ਸ਼ੁਕਰਾਚਾਰੀ ਨੇ ਬੜਾ ਵਰਜਿਆ। ਵਰਜਨ ਤੋਂ ਵੀ ਇਹ ਜ਼ਮੀਨ ਦਾ ਸੰਕਲਪ ਵਾਮਨ ਭਗਤਾਨ ਨੂੰ ਦੇ ਦਿੱਤਾ ਇਹਨੇ। ਅਤੇ ਵਾਮਨ ਨੇ ਅਵਤਾਰ ਨੇ ਆਪਣਾ ਸਰੀਰ ਵਧਾ ਕੇ ਉਸ ਵੇਲੇ 2 ਕਦਮਾਂ ਨਾਲ ਹੀ ਪ੍ਰਿਥਵੀ ਦੇ ਆਕਾਸ਼ ਮਿਣ ਲਏ। ਤੀਜਾ ਕਦਮ ਬਚਿਆ। ਕਹਿੰਦੇ ਹੁਣ ਕੀ ਕਰੀਏ ਦੱਸ ਰਾਜਾ। ਅਤੇ ਕਹਿੰਦਾ ਵੀ ਮਹਾਰਾਜ ਤੇ ਮੇਰਾ ਸਰੀਰ ਹੀ ਕਹਿੰਦੇ ਲੇਟ। ਫਿਰ ਬਲ ਰਾਜ ਦਾ ਸਰੀਰ ਜਿਹੜਾ ਸੀ ਉਹ ਲੈ ਲਿਆ। ਤੀਜੇ ਕਦਮ ਵਿੱਚ ਵਾਧੂ ਕੰਮ ਸੀ ਅਤੇ ਧਰਤੀ ਦੇ ਹੇਠਾਂ 7ਵੇਂ ਪਤਾਲ 'ਚ ਧੱਸ ਦਿੱਤਾ। ਇਹਦੀ ਭਗਤੀ ਵੇਖ ਕੇ ਬਲ ਜਿਹੜਾ ਸੀ ਬਲ ਨੂੰ ਪਤਾਲ ਦਾ ਰਾਜਾ ਥਾਪਿਆ ਅਤੇ ਉਹਦੀ ਬੇਨਤੀ ਅਨੁਸਾਰ ਉਹਦਾ ਦੁਆਰਪਾਲ ਹੋ ਕੇ ਰਹਿਣਾ ਅੰਗੀਕਾਰ ਕੀਤਾ। ਆ ਭਗਵਾਨ ਚੱਲੇ ਉਹਨੇ ਚਰਨ ਫੜ ਲਏ ਸੀ। ਮਹਾਰਾਜ ਕਿੱਥੇ ਜਾਂਦੇ ਹੁਣ? ਵਾਅਦਾ ਕੀਤਾ ਅਤੇ ਵੇਦਾਂ ਦੀਆਂ ਸੁਰਤੀਆਂ ਸੁਣਾਵਾਂਗੇ, ਹੁਣ ਸੁਣਾਓ ਇੱਥੇ ਬੈਠੇ ਛੱਡ ਕੇ ਨਾ ਜਾਓ। ਭਗਤ ਨਾਮਦੇਵ ਜੀ ਕਹਿੰਦੇ ਨਾਮ ਕਹੇ ਭਗਤ ਬਸ ਕੇਸ ਅਜਹੂ ਬਲ ਕੇ ਦੁਆਰ ਖੜੋ। ਵੀ ਹਜੇ ਵੀ ਭਗਵਾਨ ਇਹਦੇ ਦਰ 'ਤੇ ਖੜ੍ਹੇ ਹੈ ਬਲ ਰਾਜੇ ਦੇ। ਕਰੋ ਹਟਾਈ ਧਰਤੀ ਮੰਗੀ ਬਾਵਨ ਰੂਪ ਬਹਾਨੇ। ਇਹ ਸਤਿਗੁਰ ਦੀ ਬਾਣੀ ਦੇ ਪ੍ਰਮਾਣ ਵੀ ਆ। ਪੁਰਾਣ ਸਾਰੇ ਲੋਕ ਕਹਿੰਦੇ ਮਿੱਥਿਆ, ਗੁਰਬਾਣੀ ਤਾਂ ਨਹੀਂ ਨਾ ਮਿੱਥਿਆ। ਸਤਿਗੁਰੂ ਵੀ ਇਸ ਗੱਲ ਦੀ ਗਵਾਹੀ ਭਰਦੇ ਆ। ਧਾਰ ਗਦਾ ਅਬਲੌਹਰ ਜੀ। ਵੇਖ ਲਓ ਭਗਵਾਨ ਜੀ ਹੁਣ ਤੱਕ ਗਦਾ ਗੁਰਜ ਹੱਥ ਵਿੱਚ ਧਾਰ ਕੇ ਬਲ ਦੁਆਰ ਰਹੇ ਸੋ ਪਤਾਲ ਕੇ ਮਾਹੀ। 7ਵੇਂ ਪਤਾਲ ਦੇ ਵਿੱਚ ਬਲ ਰਾਜੇ ਦੇ ਦਰਵਾਜ਼ੇ 'ਤੇ ਖੜੇ ਹੋ ਰਹੇ ਹੈ, ਪਹਿਰਾ ਦੇ ਰਹੇ ਹੈ। ਅਜਹੂ ਬਲ ਕੇ ਦੁਆਰ ਖੜੋ ਹਨ। ਘੋਰ ਹਲਾਹਲ ਲੋਕ ਜਰੇ। ਜਦੋਂ ਸਮੁੰਦਰ ਰਿੜਕਣ ਵੇਲੇ ਉਸ ਵਿੱਚੋਂ ਘੋਰ ਹਲਾਹਲ ਜਿਹੜੀ ਭਿਆਨਕ ਦੁੱਖ ਦੇਣ ਵਾਲੀ ਜ਼ਹਿਰ ਨਿਕਲੀ ਸੀ ਅਤੇ ਲੋਕ ਜਰੇ, ਕਿ ਜਿਸ ਨਾਲ ਲੋਕ ਬਹੁਤ ਜਰੇ ਕਹੀਏ ਸੜਨ ਦੁਖੀ ਹੋਣ ਲੱਗੇ ਸੀ। ਤਦੋਂ ਇਹ ਕਿਹਾ ਗਿਆ ਸੀ ਵੀ ਜ਼ਹਿਰ ਨੂੰ ਕੌਣ ਧਾਰਨ ਕਰੇਗਾ। ਦ੍ਰਿੜ ਸ਼ੰਕਰ ਨੀਤ ਧਰੇ ਗਰ ਮਾਹੀ। ਅਤੇ ਉਦੋਂ ਭਗਵਾਨ ਜੀ ਨੇ ਕਿਹਾ ਵੀ ਇਹਦੇ ਮਹਾਦੇਵ ਸ਼ਿਵ ਜੀ ਹੀ ਕਰ ਸਕਦਾ ਹੈ। ਤਦੋਂ ਮਹਾਦੇਵ ਕਹਿਣੇ ਕਰਕੇ ਨਾ ਇਹ ਮਨਾ ਕਰਨ ਜੋਗੇ ਸ਼ਿਵ ਜੀ, ਜਿਸ ਕਰਕੇ ਕਹਿੰਦੇ ਆ ਦ੍ਰਿੜ ਸ਼ੰਕਰ ਨੀਤ ਧਰੇ ਗਰ ਮਾਹੀ।
ਸ਼ੰਕਰ ਜੋ ਸ਼ਿਵ ਜੀ ਹੈ ਉਹਨੇ ਜ਼ਹਿਰ ਵੇਖ ਲਓ ਨੀਤ ਸਦਾ ਲਈ ਦ੍ਰਿੜ ਪੱਕੀ ਤਰ੍ਹਾਂ ਕਰਕੇ ਆਪਣੇ ਘਰ ਗਲੇ ਮਾਹੀ ਕਈਏ ਵਿੱਚ ਧਰੇ ਰੱਖ ਲੈਣਾ ਕੀਤੀ ਸੀ। ਜਦੋਂ ਕਿਹਾ ਵੀ ਇਹਨੂੰ ਕੌਣ ਧਾਰਨ ਕਰੇਗਾ, ਕਿਉਂਕਿ ਕਿਸੇ ਨੇ ਚੰਦਰਮਾ ਲੈ ਲਿਆ, ਕਿਸੇ ਨੇ ਐਰਾਵਤ ਹਾਥੀ ਲੈ ਲਿਆ, ਕਿਸੇ ਨੇ ਸ਼ੰਖ, ਕਿਸੇ ਨੇ ਸਵਟ, ਕਿਸੇ ਨੇ ਮਣੀ, ਦੈਂਤ ਸ਼ਰਾਬ ਲੈ ਗਏ, ਕੁਝ ਅੰਮ੍ਰਿਤ ਦੇਵਤੇ ਅੰਮ੍ਰਿਤ ਲੈ ਕੇ ਜ਼ਹਿਰ ਨੂੰ ਕੋਈ ਹੈ ਜ਼ਹਿਰ ਵੱਲ ਕੋਈ ਨਾ ਹੋਵੇ। ਫਿਰ ਕਹਿੰਦੇ ਵੀ ਇਹ ਤਾਂ ਮਹਾਦੇਵ ਹੀ ਕਰ ਸਕਦਾ। ਅਤੇ ਭਗਵਾਨ ਦੇ ਕਹਿਣੇ ਕਰਕੇ ਵੇਖੋ ਸ਼ੰਕਰ ਜੀ ਸ਼ਿਵ ਜੀ ਨੇ ਨਿੱਤ ਸਦਾ ਵਾਸਤੇ ਜਿਹੜੀ ਉਹ ਜ਼ਹਿਰ ਸੀ ਆਪਣੇ ਘਰ ਮਾਹੀ ਗਲ ਦੇ ਵਿੱਚ ਦ੍ਰਿੜ ਪੱਕੇ ਤੌਰ 'ਤੇ ਧਰੇ ਰੱਖ ਲੈਣਾ ਕੀਤੀ ਅਤੇ ਨੀਲਕੰਠ ਨਾਮ ਪੈ ਗਿਆ ਸੀ। ਪ੍ਰਾਣ ਸਮਾਨ ਧਰੇ ਬ੍ਰਤ ਕੋ। ਇਤਿਆਦਿਕ ਮਹਾਨ ਪੁਰਖਾਂ ਨੇ ਆਪਣੇ ਪ੍ਰਾਣ ਸਮਾਨ ਸਵਾਸਾਂ ਦੇ ਤੁੱਲ ਧਰੇ ਬ੍ਰਤ ਕੋ। ਜਿਹੜੇ ਬ੍ਰਤ ਨਿਯਮ ਮਹਾਤਮਾ ਸੰਤਾਂ ਗੁਰੂ ਪੀਰਾਂ ਦੇ ਉਹਨਾਂ ਨਿਯਮਾਂ ਨੂੰ ਧਾਰਨ ਕਰਕੇ ਰੱਖਿਆ ਹੋਇਆ ਸੀ ਅਤੇ ਅੱਜ ਵੀ ਕਮਾਈ ਵਾਲਿਆਂ ਨੇ ਰੱਖਿਆ ਹੋਇਆ ਹੈ। ਦੁੱਖ ਭੂਰ ਭਏ ਬ੍ਰਤ ਡਾਰਤ ਨਾਹੀਂ। ਭਾਵੇਂ ਉਹਨਾਂ ਨੂੰ ਜੀਵਨ ਕਾਲ ਵਿੱਚ ਭੂਰ ਬਹੁਤੇ ਜਿਹੜੇ ਦੁੱਖ ਵੀ ਪ੍ਰਾਪਤ ਭਏ ਗਏ ਹੋਏ, ਪਰ ਫਿਰ ਵੀ ਉਹਨਾਂ ਨੇ ਆਪਣੇ ਜਿਹੜੇ ਬ੍ਰਤ ਨਿਯਮਾਂ ਹਨ ਉਹਨਾਂ ਨੂੰ ਡਾਰਤ ਕਹੀਏ ਛੱਡਿਆ, ਤਿਆਗਿਆ ਨਹੀਂ ਸੀ ਅਤੇ ਨਾ ਉਹ ਤਿਆਗਦੇ ਨਾ ਤਿਆਗਦੇ ਹਨ ਨਾ ਤਿਆਗਣਗੇ। ਪਰ ਜਿਹੜੇ ਪਰਮਾਦੀ ਮਨੁੱਖ ਹੈ ਨਾ ਐਵੇਂ ਹੁੱਲੜਬਾਜ਼ੀ ਵਾਲੇ ਸਾਡੇ ਵਰਗੇ ਥੋੜ੍ਹੇ ਜਿਹੇ ਕਸ਼ਟ ਆਉਣ ਤਾਂ ਆਪਣਾ ਸਾਰਾ ਨਿਯਮ ਹੀ ਛੱਡ ਦਿੰਦੇ। ਮਾੜੀ ਜਿਹੀ ਸਰੀਰ 'ਚ ਢਿੱਲ ਆਈ ਨਿਤਨੇਮ 'ਚ ਫਰਕ, ਕੋਈ ਗੱਲ ਹੋ ਗਈ ਸੇਵਾ 'ਚ ਫਰਕ, ਮਾੜੀ ਗੱਲ ਤੋਂ ਹੀ ਨਿਯਮ ਆਪਣੇ ਭੰਗ ਕਰ ਦਿੰਦੇ ਹੈ, ਆਪਣੇ ਨੇਮ 'ਚ ਫਰਕ ਪਾ ਦਿੰਦੇ ਹੈ। ਪਰ ਜਿਹੜੇ ਕਮਾਈ ਵਾਲੇ ਮਹਾਂਪੁਰਖ ਹੈ ਪ੍ਰਾਣ ਸਮਾਨ ਧਰੇ ਬ੍ਰਤ ਕੋ, ਪਹਿਲੇ ਮਹਾਂਪੁਰਖਾਂ ਦੇ ਚਲਾਏ ਹੋਏ ਬ੍ਰਤ ਨਿਯਮਾਂ ਨੂੰ ਪ੍ਰਾਣਾਂ ਦੇ ਸਮਾਨ ਵੀ ਸਾਡਾ ਇਹ ਧਰਮ ਹੀ ਹੈ, ਇਸ ਤਰ੍ਹਾਂ ਧਰੇ ਧਾਰ ਲੈਣਾ ਕਰਦੇ ਹੈ ਅਤੇ ਉਹਨਾਂ ਧਾਰਨ ਕਰਕੇ ਰੱਖਿਆ ਹੋਇਆ ਹੈ। ਦੁੱਖ ਭੂਰ ਪਏ, ਜੇ ਦੁੱਖ ਉਹਨਾਂ ਦੇ ਬਹੁਤੇ ਵੀ ਜੀਵਨ ਵਿੱਚ ਰਹਿੰਦਿਆਂ ਪ੍ਰਾਪਤ ਹੋਏ ਹੋਣ, ਬ੍ਰਤ ਡਾਰਤ ਨਹੀਂ। ਉਹ ਬ੍ਰਤ ਨਿਯਮ ਮਹਾਂਪੁਰਸ਼ਾਂ ਦੇ ਚਲਾਏ ਹੋਏ ਰੀਤੀ ਮਰਿਆਦਾ ਨੂੰ ਡਾਰਤ ਛੱਡਦੇ ਨਹੀਂ ਹੈ। ਐਸੀਆਂ ਬੇਅੰਤ ਸਿੱਖਾਂ ਦੀਆਂ ਸਾਖੀਆਂ ਹਨ। ਸਵਈਆ ਬਿਨ ਨਾਉ ਗਏ ਜਮ ਕੇ ਪੁਰ ਕੋ। ਪਰਮਾਤਮਾ ਦੇ ਨਾਮ ਜਿਹੜਾ ਨਾਮ ਹੈ, ਨਾਮ ਜਪਣ ਤੋਂ ਬਿਨਾਂ ਬਗੈਰ ਉਹ ਜਿਹੜੇ ਮਨੁੱਖ ਹੈ ਜਮ ਕੇ ਪੁਰ ਕੋ। ਜਮ ਧਰਮ ਰਾਜਾ ਹੈ ਜੋ ਧਰਮ ਰਾਜੇ ਦੇ ਪੁਰ ਕੋ ਨਗਰ ਨੂੰ ਭਾਵ ਜਮਪੁਰੀ ਵਿੱਚ ਗਏ ਹਨ। ਕੌਣ? ਜਗ ਭੋਗਨ ਕੀ ਜਿਨ ਗੈਲ ਲਈ। ਜਿਨ੍ਹਾਂ ਨੇ ਜਗ ਸੰਸਾਰ ਦੇ ਅੰਦਰ ਸਿਰਫ ਅਤੇ ਸਿਰਫ ਵਿਸ਼ਿਆਂ ਭੋਗਾਂ ਦੀ ਪਦਾਰਥਾਂ ਨੂੰ ਭੋਗਾਂ ਦੀ ਹੀ ਜਿਹੜੀ ਗੈਲ ਹੈ ਪਗਡੰਡੀ ਰਸਤਾ ਲਿਆ ਹੋਇਆ ਹੈ, ਜਿਨ੍ਹਾਂ ਨੇ ਪਗਡੰਡੀ ਲਈ ਹੋਈ ਹੈ। ਬਿਨਾਂ ਨਾਉ ਗਏ ਜਮ ਕੇ ਪੁਰ ਕੋ। ਬਿਨਾਂ ਨਾਮ ਤੋਂ ਉਹ ਪੁਰਸ਼ ਜਮਾਂ ਦੀ ਪੁਰੀ ਭਾਵ ਜਮਪੁਰੀ ਨਰਕ ਨੂੰ ਗਏ ਹੈ। ਜਗ ਭੋਗਨ ਕੀ ਜਿਨ ਗੈਲ ਲਈ। ਜਿਨ੍ਹਾਂ ਪੁਰਸ਼ਾਂ ਨੇ ਸੰਸਾਰ ਦੇ ਭੋਗਾਂ ਵਿਸ਼ਿਆਂ ਪਦਾਰਥਾਂ ਦੀ ਪਗਡੰਡੀ ਲਈ ਹੋਈ ਵੀ ਆਹ ਜਗ ਮਿੱਠਾ, ਅਗਲਾ ਕਿ ਡਿੱਠਾ, ਖਾਓ ਪੀਓ ਐਸ਼ ਕਰੋ। ਹਰ ਕੇ ਪੁੰਨ ਪੰਥ ਚਲੇ ਨਰ ਜੀ। ਪੁੰਨ ਫਿਰ ਜਿਹੜੇ ਨਰ ਪੁਰਸ਼ ਹਰ ਪਰਮਾਤਮਾ ਦੇ ਪੰਥ ਰਸਤੇ ਦੇ ਉੱਪਰ
ਚੱਲੇ ਆ ਜਾਂ ਚੱਲਦੇ ਹਨ ਅਤੇ ਔਰ ਭੋਗਨ ਕੋ ਦ੍ਰਿੜ ਪੀਠ ਦਈ, ਅਤੇ ਆਪਣੇ ਔਰ ਜਿਹੜਾ ਹਿਰਦੇ ਅੰਦਰੋਂ ਸੰਸਾਰ ਦੇ ਜਿਹੜੇ ਵਿਸ਼ੇ ਹੈ, ਵਿਸ਼ਿਆਂ ਦੇ ਭੋਗ ਹੈ, ਪਦਾਰਥਾਂ ਦੇ ਭੋਗ ਹੈ, ਅਤੇ ਇਹਨਾਂ ਪਦਾਰਥਾਂ ਦੇ ਵਿਸ਼ਿਆਂ ਦੇ ਭੋਗਾਂ ਵੱਲੋਂ ਜਿਨ੍ਹਾਂ ਨੇ ਦ੍ਰਿੜ ਪੱਕੀ ਤਰ੍ਹਾਂ ਪਿੱਠ ਦੇ ਦਿੱਤੀ ਹੈ ਵੀ ਇਹ ਸਾਡੇ ਸੁਖ ਰੂਪ ਨਹੀਂ ਹੈ। ਪਰ ਹਰ ਕੇ ਪੁੰਨ ਪੰਥ ਚੱਲੇ ਨਾ ਰਜੇ, ਜਿਹੜੇ ਪੁਰਸ਼ ਵਾਹਿਗੁਰੂ ਪਰਮਾਤਮਾ ਦੇ ਰਸਤੇ ਉੱਪਰ ਚੱਲੇ ਆ ਜਾਂ ਚੱਲਦੇ ਆ, ਉਹਨਾਂ ਨੇ ਔਰ ਭੋਗਾਂ ਹਿਰਦੇ ਵਿੱਚ ਜਿਹੜੇ ਭੋਗਾਂ ਪਦਾਰਥਾਂ ਦੇ ਜਿਹੜੇ ਸੁੱਖ ਹੈ ਉਹਨਾਂ ਨੂੰ ਦ੍ਰਿੜ ਪੀਠ ਦੇ, ਦ੍ਰਿੜ ਪੱਕੀ ਤਰ੍ਹਾਂ ਨਾਲ ਪਿੱਠ ਦੇ ਦਿੱਤੀ ਹੈ ਵੀ ਇਹ ਸਾਡੇ ਕੰਮ ਨਹੀਂ ਹੈ। ਤਿਨ ਕੇ ਯਸ ਸੋ ਸਭ ਭੂਮ ਬਾਰੀ, ਤਿਨ ਕੇ ਐਸੇ ਮਹਾਂਪੁਰਸ਼ਾਂ ਦੇ, ਤਿਨ ਕੇ ਇਹੋ ਜਿਹੇ ਮਹਾਂਪੁਰਸ਼ ਜਿਹੜੇ ਹਨ ਤਿੰਨ ਕੇ ਕਹੀਏ ਉਹਨਾਂ ਦੇ ਜਸ ਸੌ, ਜਸ ਨਾਲ ਸਭ ਭੂਮ ਭਰੀ, ਸਾਰੀ ਜਿਹੜੀ ਭੂਮ ਧਰਤੀ ਹੈ ਭਰੀ ਉਹ ਭਰੀ ਹੋਈ ਹੈ। ਅਤੇ ਅਬਲੋ ਤੇ ਨਾਮ ਕਥਾ ਸੁਣਈ, ਹੁਣ ਤੱਕ ਅਬਲੋ ਹੁਣ ਤੱਕ ਤੇ ਨਾਮ, ਉਹਨਾਂ ਦੇ ਨਾਮ, ਤੇ ਦਾ ਅਰਥ ਉਹਨਾਂ ਦੇ ਨਾਮ ਦੀ ਜਿਹੜੀ ਕਥਾ ਕਹਾਣੀ ਹੈ ਲੋਕਾਂ ਵਿੱਚ ਸੁਣਾਈ ਜਾਂਦੀ ਹੈ। ਗੁਰੂ ਸਾਹਿਬ ਵੀ ਕਹਿੰਦੇ ਆ ਵੀ ਸੁਣ ਸਾਖੀ ਮਨ ਜਪ ਪਿਆਰ, ਮਨ ਪਿਆਰ ਨਾਲ ਸਾਖੀ ਸੁਣ। ਬੜੀ ਵੱਡੀ ਗਵਾਹੀ ਹੈ ਪਰਮੇਸ਼ਰ ਦੇ ਨਾਲ ਮਿਲਣ ਵਾਲਿਆਂ ਦੀ। ਮਨ ਕਹਿੰਦਾ ਕਿਹੜੀ ਮਹਾਰਾਜ ਪ੍ਰਮਾਣ ਦੋ, ਅਤੇ ਗੁਰੂ ਸਾਹਿਬ ਕਹਿੰਦੇ ਆ ਜਾਮਲ ਉਧਰਿਆ ਕਹਿ ਕਬਾਰ, ਵਾਲਮੀਕ ਹੁਆ ਸਾਧ ਸੰਗ, ਤਰੂ ਕੋ ਮਿਲਿਓ ਹਰ ਨਿਸੰਗ। ਇਹ ਹੈ ਭਾਈ ਇੱਧਰ ਆ ਜਾ, ਸਾਖੀ ਸੁਣ ਮਨਾ। ਉਹੀ ਗੱਲ ਕਵੀ ਕਹਿੰਦੇ ਵੀ ਅਬਲੋ ਤੇ ਨਾਮ ਕਥਾ ਸੁਣਾਈ, ਹੁਣ ਤੱਕ ਉਹਨਾਂ ਦੇ ਨਾਮ ਦੀ ਜਿਹੜੀ ਕਥਾ ਸੁਣਾਈ ਜਾਂਦੀ ਹੈ ਵੀ ਉਹ ਐਸੇ ਮਹਾਨ ਪੁਰਸ਼ ਹੋਏ ਆ ਜਿਨ੍ਹਾਂ ਨੇ ਸੰਸਾਰ ਦੇ ਭੋਗਾਂ ਨੂੰ ਪਿੱਠ ਦੇ ਦਿੱਤੀ ਸੀ ਅਤੇ ਵਾਹਿਗੁਰੂ ਦੇ ਮਾਰਗ 'ਤੇ ਚੱਲੇ ਸਨ। ਅੰਤ ਕਾਲ ਨਾਰਾਇਣ ਸੋਧਾਈ ਅਜਾਮਲ ਨੂੰ, ਮਨ ਰੇ ਹਰ ਕੇ ਅਬ ਪੰਥ ਚੱਲੋ। ਇਸ ਕਰਕੇ ਕਵੀ ਜੀ ਆਪਣੇ ਮਨ ਨੂੰ ਕਹਿੰਦੇ ਹੈ ਕਿ ਮਨ ਰੇ, ਰੇ ਦਾ ਅਰਥ ਹੈ ਪਿਆਰੇ ਮਨਾ, ਤੂੰ ਅਬ ਹੁਣ ਹਰ ਜੋ ਪਰਮਾਤਮਾ ਹੈ ਉਹ ਪਰਮਾਤਮਾ ਦੇ ਹਰ ਕੇ ਪਰਮਾਤਮਾ ਦੇ ਪੰਥ ਜਿਹੜਾ ਰਸਤਾ ਉਹ ਕਿਹੜਾ ਭਗਤੀ ਰੂਪੀ, ਸਤਸੰਗਤ ਰੂਪੀ, ਸੇਵਾ ਰੂਪੀ, ਨਾਮ ਜਪਣ ਰੂਪੀ ਇਹ ਜਿਹੜਾ ਰਸਤਾ ਉਸ ਉੱਪਰ ਚੱਲੋ ਕਹੀਏ ਚੱਲਣਾ ਕਰ। ਜਗ ਪਾਛਲ ਆਪ ਗਈ ਸੋ ਗਈ, ਕਿਉਂਕਿ ਜਿਹੜੀ ਤੇਰੀ ਜਗ ਪਾਛਲ ਸੰਸਾਰ ਅੰਦਰ ਰਹਿੰਦਿਆਂ ਪਾਛਲ ਜਿਹੜੀ ਪਿਛਲੀ ਆਪ ਉਮਰ ਹੈ ਅਤੇ ਉਹ ਲੰਘ ਗਈ ਹੈ, ਸੋ ਗਈ, ਉਹ ਤਾਂ ਹੁਣ ਲੰਘ ਗਈ ਹੈ ਅਤੇ ਕੀ ਕਰੀਏ, ਜੋ ਗਈ ਸੋ ਗਈ। ਸੰਸਾਰ ਵਿੱਚ ਰਹਿੰਦਿਆਂ ਜਿਹੜੀ ਪਿਛਲੀ ਆਪ ਉਮਰ ਉਹ ਤਾਂ ਚਲੀ ਗਈ ਅਤੇ ਸੋ ਗਈ, ਚਲੋ ਕੋਈ ਗੱਲ ਨਹੀਂ ਚਲੀ ਗਈ। ਜਿਹੜੀ ਬਾਕੀ ਰਹਿੰਦੀ ਹੈ ਉਹਨੂੰ ਤਾਂ ਸਵਾਰ ਨਾ ਕਰ, ਉਹਨੂੰ ਤਾਂ ਨਾ ਗਵਾ। ਬੀਤ ਜੈ ਜਨਮਾਂ ਕਾਜਰੇ, ਨਾਮ ਬਿਨਾਂ ਕੀ ਹੈ, ਕੁਝ ਵੀ ਨਹੀਂ ਹੈ। ਉਹ ਉਮਰ 'ਤੇ ਆਪਣੀ ਲੇਖੇ ਲਾਉਣਾ ਕਰ ਵੀ ਮੇਰੇ ਮਨ ਹਰ ਕੇ ਪੰਥ ਜਦੋਂ ਹੁਣ ਤੂੰ ਸਮਝ ਜਾ ਅਤੇ ਵਾਹਿਗੁਰੂ ਦੇ ਭਾਵ ਭਗਤੀ ਦੇ ਰਸਤੇ 'ਤੇ ਚੱਲਣਾ ਕਰ। ਸੰਸਾਰ ਵਿੱਚ ਰਹਿੰਦਾ ਜਿਹੜੀ ਪਿਛਲੀ ਪਾਛਲਾ ਪਿਛਲੀ ਉਮਰ ਹੈ, ਆਪਦਾ ਅਰਥ ਉਮਰ ਉਹ ਚਲੀ ਗਈ ਹੈ, ਸੋ ਗਈ, ਉਹ ਗਈ ਹੈ ਅਤੇ ਗਈ ਜਾਣ ਦੇ, ਗਈ ਰਹਿਣ ਦੇ, ਅੱਗੋਂ ਸਵਾਰ ਨਾ ਕਰ ਜੋ ਬਚੀ ਹੈ। ਸਵਈਆ ਰਿਖ ਨਾਰ ਤਰੀ ਕਪਰੀਛ ਤਰੇ, ਦੇਖੋ ਰਾਮ ਨਾਮ ਦੇ ਆਸਰੇ ਲਾ ਕੇ ਜਿਹੜੀ ਰਿਖ ਗੌਤਮ ਰਿਖੀ ਸੀ ਉਹਦੀ ਘਰ ਵਾਲੀ ਨਾਰ ਉਹਦੀ ਇਸਤਰੀ ਜਿਹੜੀ ਅਹਿਲਿਆ ਸੀ, ਅਤੇ ਜੋ ਗੌਤਮ ਰਿਖੀ ਦੇ ਸ਼ਰਾਪ ਕਰਕੇ ਸਿਲਾ ਬਣੀ ਹੋਈ ਸੀ
ਅਤੇ ਜਦੋਂ ਬਨਵਾਸ ਵਿੱਚ ਸ਼੍ਰੀ ਰਾਮ ਚੰਦਰ ਭਗਵਾਨ ਇਸ ਸ਼ਿਲਾ ਬਣੀ ਹੋਈ ਦੇ ਕੋਲ ਆਏ ਸਨ ਤਾਂ ਆਪਣੇ ਚਰਨ ਦਾ ਅੰਗੂਠਾ ਲਾ ਕੇ ਇਹਦਾ ਉਧਾਰ ਕੀਤਾ ਸੀ। ਤਰੀ ਉਹਦਾ ਆਧਾਰ ਕੀਤਾ ਸੀ, ਉਹ ਤਰੀ ਸੀ। ਕੱਪ ਰੀਛ ਤਰੇ। ਫਿਰ ਹੋਰ ਵੀ ਸੁਣ। ਕੱਪ ਜੋ ਬਾਂਦਰ ਹੈ, ਬਾਂਦਰਾਂ ਵਿੱਚੋਂ ਹਨੂੰਮਾਨ। ਕੱਪ ਭਾਈ ਕਹੀਏ ਬਾਂਦਰ, ਕਿੰਨੇ ਬਾਂਦਰ ਸੀ ਅਤੇ ਬਾਂਦਰਾਂ ਵਿੱਚੋਂ ਜੋ ਹਨੂੰਮਾਨ ਸੀ ਬਾਂਦਰ, ਰੀਛ ਅਤੇ ਰਿੱਛਾਂ ਵਿੱਚੋਂ ਜੋ ਜਾਮਵੰਤ ਸੀ ਜਾਂ ਜਾਮਵੰਤ ਅਤੇ ਉਹ ਜਾਮਵੰਤ ਲੰਗੂਰਾਂ ਵਿੱਚੋਂ ਸੁਗਰੀਵ, ਰਿੱਛਾਂ ਵਿੱਚੋਂ ਜਾਮਵੰਤ ਤਰੇ, ਉਹ ਤਰੇ ਸਨ। ਸੋ ਲੰਗੂਰ ਤਰੇ ਜੇ ਨਾਮ ਉਚਾਰੇ। ਅਤੇ ਲੰਗੂਰਾਂ ਵਿੱਚੋਂ ਜੋ ਸੁਗਰੀਵ ਆਦਿਕ ਸਨ, ਜੇ ਨਾਮ ਜਿਹਦਾ ਅਰਥ ਜਿਸ ਰਾਮ ਵਾਹਿਗੁਰੂ ਦੇ ਨਾਮ ਨੂੰ ਉਚਾਰੇ ਜਪ ਕੇ ਸਾਰੇ ਸਾਰ ਸਮੁੰਦਰ ਤੋਂ ਤਰੇ ਕਹੀਏ ਤਰ ਗਏ ਹਨ। ਤਰ ਗਏ ਸਨ, ਇਵੇਂ ਵੀ ਲੱਗਦਾ ਸਨ ਵੀ ਉਹ ਤਰ ਹੀ ਗਏ ਨੇ ਪਿੱਛੇ ਦੀ ਬਾਤ। ਅਤੇ ਜਾਂ ਹੁਣ ਮਨ ਨੂੰ ਸਮਝਾਉਣ ਵਾਸਤੇ ਵੀ ਇਹ ਮਨਾ ਵੇਖ, ਜੋ ਰਿਸ਼ੀ ਦੀ ਨਾਰ ਘਰ ਵਾਲੀ ਸੀ ਗੌਤਮ ਰਿਸ਼ੀ ਦੀ ਅਹਿਲਿਆ, ਸ਼ਿਲਾ ਬਣੀ ਹੋਈ ਸੀ ਸ਼ਰਾਬ ਕਰਕੇ, ਭਗਵਾਨ ਰਾਮ ਚੰਦਰ ਜੀ ਦੇ ਜਦੋਂ ਚਰਨ ਦਾ ਅੰਗੂਠਾ ਲੱਗਾ ਤਾਂ ਉਹ ਤਰੀ ਸੀ। ਕੱਪ ਫਿਰ ਬਾਂਦਰਾਂ ਵਿੱਚੋਂ ਹਨੂੰਮਾਨ ਅਤੇ ਬੇਅੰਤ ਬਾਂਦਰ, ਰਿੱਛਾਂ ਵਿੱਚੋਂ ਜਾਮਵੰਤ ਬੇਅੰਤ ਰਿੱਛ ਅਤੇ ਉਹ ਵੀ ਤਰੇ ਸਨ। ਸੋ ਲੰਗੂਰ ਤਰੇ ਜੇ ਨਾਮ ਉਚਾਰੇ, ਜਿਸ ਰਾਮ ਦਾ ਨਾਮ ਉਚਾਰਨ ਕਰਨੇ ਕਰਕੇ ਲੰਗੂਰਾਂ ਵਿੱਚ ਜੋ ਸੁਗਰੀਵ ਆਦਿਕ ਉਹ ਵੀ ਤਰੇ ਹਨ, ਤਰ ਗਏ ਸੀ। ਬਨ ਭੀਲ ਸੁਤਾ ਜਿਹ ਨਾਮ ਤਰੀ। ਫਿਰ ਹੋਰ ਵੀ ਸੁਣ ਮਨਾ, ਜਿਹ ਦਾ ਅਰਥ ਜਿਸ ਰਾਮ ਨਾਮ ਦੇ ਆਸਰੇ ਜੋ ਬਨ ਜੰਗਲ ਵਿੱਚ ਰਹਿੰਦੀ ਹੋਈ ਭੀਲ ਸੁਤਾ, ਭੀਲਾਂ ਦੀ ਸੁਤਾ ਕਹੀਏ ਪੁੱਤਰੀ, ਜੋ ਭੀਲਣੀ ਸੀ ਤਰੀ, ਉਹ ਵੀ ਤਰ ਗਈ ਸੀ। ਸੋ ਜਟਾਊ ਵਿਹੰਗਮ ਜਾਹੇ ਉਧਾਰੇ। ਅਤੇ ਜੋ ਜਟਾਊ ਇੱਕ ਪੰਛੀ ਹੈ, ਜਟਾਊ ਵਿਹੰਗਮ, ਜੋ ਜਟਾਊ ਨਾਮਾ ਵਿਹੰਗਮ ਪੰਛੀ ਹੈ, ਜਾਹੇ ਜਿਸ ਰਾਮ ਦੇ ਨਾਮ ਦੇ ਉਧਾਰੇ ਧਾਰਨਾ ਕੀਤਾ ਹੈ, ਜਿਸ ਰਾਮ ਨਾਮ ਨੇ ਉਧਾਰੇ ਕਹੀਏ ਧਾਰਨਾ ਕੀਤਾ। ਜਟਾਊ ਦਾ ਪ੍ਰਸੰਗ ਵੀ ਇਵੇਂ ਹੁੰਦਾ ਕਿ ਸ਼ੈਨੀ ਹੋਈ ਹੈ ਮਾਤਾ ਜਟਾਊ ਦੀ, ਉਹਦੇ ਉਦਰ ਤੋਂ ਸੂਰਜ ਦਾ ਜਿਹੜਾ ਰਥਵਾਈ ਅਰੁਣ, ਉਹਦਾ ਪੁੱਤਰ ਸੀ ਇਹ ਜਟਾਊ। ਸੂਰਜ ਦਾ ਰਥਵਾਹੀ ਅਰੁਣ, ਉਹਦਾ ਪੁੱਤਰ ਅਤੇ ਸ਼ੈਨੀ ਦੇ ਮਾਤਾ ਦੇ ਪੇਟ ਤੋਂ ਹੋਇਆ ਹੈ। ਅਤੇ ਸੰਪਾਂਤੀ ਦਾ ਇਹ ਭਾਈ ਗਿਰਜਾਂ ਦਾ ਇਹ ਰਾਜਾ ਸੀ, ਜਿਹੜੀਆਂ ਕਿਰਜਾਂ ਹੁੰਦੀਆਂ ਨੇ ਉਹਦਾ ਰਾਜਾ। ਇਹ ਰਾਜਾ ਦਸ਼ਰਥ ਦਾ ਬੜਾ ਮਿੱਤਰ ਸੀ, ਸ਼੍ਰੀ ਰਾਮ ਚੰਦਰ ਭਗਵਾਨ ਦੇ ਪਿਤਾ ਜੀ ਦਾ। ਇਸ ਨੇ ਸੀਤਾ ਹਰਨ ਸਮੇਂ ਰਾਵਣ ਨਾਲ ਘੋਰ ਯੁੱਧ ਕੀਤਾ ਸੀ। ਰਾਵਣ ਨੇ ਖੜਗ ਨਾਲ ਜਟਾਊ ਜ਼ਖਮੀ, ਰਾਵਣ ਦੇ ਖੜਗ ਨਾਲ ਜਿਹੜਾ ਜਟਾਊ ਪੰਛੀ ਇਹ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗਾ। ਜਦੋਂ ਰਾਮ ਚੰਦਰ ਭਗਵਾਨ ਜੀ ਸੀਤਾ ਦੀ ਭਾਲ ਵਿੱਚ ਫਿਰ ਰਹੇ ਸਨ ਤਦ ਇਸ ਨੇ ਸੀਤਾ ਹਰਨ ਦਾ ਸੰਗ ਸੁਣਾ ਕੇ ਪ੍ਰਾਣ ਤਿਆਗੇ ਸਨ ਅਤੇ ਰਾਮ ਚੰਦਰ ਭਗਵਾਨ ਜੀ ਨੇ ਇਹਦਾ ਉਧਾਰ ਕੀਤਾ ਸੀ ਕਿ ਸੀਤਾ ਮਾਤਾ ਕਿਵੇਂ ਚੋਰੀ ਹੋਈ ਹੈ, ਸਾਰਾ ਪ੍ਰਸੰਗ ਸੁਣਾਇਆ ਸੀ। ਅਤੇ ਇਹ ਸਰੀਰ ਆਪਣਾ ਛੱਡ ਗਿਆ ਸੀ। ਉਹੀ ਗੱਲ ਇੱਥੇ ਕਵੀ ਜੀ ਕਹਿ ਰਹੇ ਆ ਕਿ ਮਨਾ
ਜਿਹ ਨਾਮ ਤਰੀ, ਜਿਸ ਰਾਮ ਨਾਮ ਦੇ ਆਸਰੇ ਬਨ ਵਿੱਚ ਜੰਗਲ ਵਿੱਚ ਰਹਿਣ ਵਾਲੀ ਭੀਲਾਂ ਦੀ ਸੁਦਾ ਪੁੱਤਰੀ ਮਾਤਾ ਭੀਲਣੀ ਤੇ ਤਰੀ ਉਹ ਤਰ ਗਈ ਹੈ। ਤੇ ਸੋ ਜਟਾਊ, ਉਹ ਜਿਹੜਾ ਜਟਾਊ ਵਿਹੰਗਮ ਪੰਛੀ ਸੀ ਜਿਹਦੀ ਕਥਾ ਆਪਾਂ ਹੁਣੇ ਸਰਵਣ ਕੀਤੀ ਹੈ। ਤੇ ਜਾਹੇ ਜਿਸ ਰਾਮ ਨਾਮ ਦੇ ਉਧਾਰੇ ਕੀ ਧਾਰਨਾ ਕੀਤਾ ਹੈ। ਅਬ ਚੈਤਨ ਬਾਤ ਕਹਾਂ ਕਹੀਏ ਹੇ ਭਾਈ। ਅਬ ਹੁਣ ਜਿਹੜੇ ਚੇਤਨ ਕਹੀਏ ਚੇਤਨਤਾ ਭਾਵ ਤੁਰਨ ਫਿਰਨ ਵਾਲੇ ਜੀਵਾਂ ਦੀ ਤਾਂ ਬਾਤ ਕਹਾਂ ਕਹੀਏ, ਮੈਂ ਕਹਾਂ ਕੀ ਜਿਹੜੀ ਗੱਲਬਾਤ ਕਹੀਏ ਕਹਿਣਾ ਆਖਣਾ ਕਰਾਂ। ਜੜ ਭੂਤਰ ਨਾਮ ਤਰੇ ਨਿਧ ਖਾਰੇ, ਇਸ ਰਾਮ ਨਾਮ ਕਰਕੇ ਤਾਂ ਜਿਹੜੇ ਜੜ ਹੈ ਨਾ ਇੱਕ ਥਾਂ ਤੇ ਪਏ ਰਹਿਣ ਵਾਲੇ ਭੂਤਰ ਕਹੀਏ ਪੱਥਰ, ਉਹ ਵੀ ਵੇਖ ਲਓ ਨਿਧ ਖਾਰੇ, ਨਿਧ ਅਰਥ ਸਮੁੰਦਰ, ਖਾਰੇ ਸਮੁੰਦਰ ਦੇ ਉੱਪਰ ਤਰ ਗਏ ਸਨ। ਰੱਬ ਚੇਤਨ ਬਦ ਕਹਾਂ ਕਹੀਏ, ਕਹਿਣ ਦਾ ਮਤਲਬ ਹੈ ਭਾਈ ਮੈਂ ਜਿਹੜੀ ਚੇਤਨਤਾ ਤੁਰਨ ਫਿਰਨ ਵਾਲੇ ਜੀਵ ਹੈ ਉਹਨਾਂ ਦੀ ਗੱਲਬਾਤ ਕੀ ਕਹਾਂ ਆਖਣਾ ਕਰਾਂ। ਵੇਖੋ ਜਿਸ ਰਾਮ ਨਾਮ ਦੇ ਸਹਾਰੇ ਜਿਹੜੇ ਜੜ ਇੱਕ ਥਾਂ ਟਿਕੇ ਪਏ ਰਹਿਣ ਵਾਲੇ ਭੂਤਰ ਪੱਥਰ ਸਨ, ਉਹ ਵੀ ਖਾਰੇ ਸਮੁੰਦਰ ਉੱਪਰ ਤਰ ਗਏ ਸਨ। ਨਿਧ ਦਾ ਅਰਥ ਸਮੁੰਦਰ ਤੇ ਸਿੱਧਾ ਅਰਥ ਖਾਰਾ ਸਮੁੰਦਰ। ਅਬ ਅਵਸਰ ਰਾਮ ਭਜੋ ਮਨ ਰੇ, ਹੇ ਮੇਰੇ ਪਿਆਰੇ ਮਨਾ ਮਨ ਰੇ, ਹੇ ਮੇਰੇ ਪਿਆਰੇ ਮਨਾ। ਤੇ ਮਨ ਐਸੀ ਹਰਸ਼ੋਂ ਪ੍ਰੀਤਕਾਰ, ਜਿਵੇਂ ਗੁਰਬਾਣੀ 'ਚ ਵੀ ਆਉਂਦਾ, ਉਹ ਪ੍ਰੇਮ ਨਾਲ ਕਿਹਾ ਹੈ। ਇਸ ਤਰ੍ਹਾਂ ਹੇ ਮੇਰੇ ਪਿਆਰੇ ਮਨਾ, ਅਬ ਅਵਸਰ ਹੁਣ ਤੇਰੇ ਕੋਲ ਇਹ ਮਨੁੱਖਾ ਦੇਹੀ ਦਾ ਅਵਸਰ ਬੜਾ ਤਗੜਾ ਮਹਾਨ ਸਮਾਂ ਹੈ। ਦੁਲੱਭ ਦੇ ਤਤਕਾਲ ਉਧਾਰੇ, ਦੁਲੱਭ ਤੇ ਮਿਲੀ ਹੋਈ ਹੈ, ਇਹਨੂੰ ਧਾਰਨ ਦਾ ਬੜਾ ਮੌਕਾ ਸੌਖਾ ਤੇਰੇ ਕੋਲ ਹੈ, ਬੜਾ ਵੱਡਾ ਅਬ ਹੁਣ ਅਵਸਰ ਸਮਾਂ ਆਇਆ ਹੋਇਆ ਹੈ। ਇਸ ਲਈ ਦੁੱਖ ਮੇਟ ਤਰੋ ਭਵ ਸਾਗਰ ਪਾਰੇ, ਇਸ ਲਈ ਤੂੰ ਕੀ ਕਰ ਰਾਮ ਭਜੋ। ਪਰਮਾਤਮਾ ਰਾਜੋ ਰਮੰਤੀ ਰਾਮਾ ਹੈ, ਜੋ ਰਮਿਆ ਹੋਇਆ ਪਰਮੇਸ਼ਰ, ਰਮਤ ਰਾਮ ਸਭ ਰਹਿ ਸਮਾਏ, ਉਹ ਹੈ ਰਾਮ ਪਰਮਾਤਮਾ। ਉਹ ਪਰਮਾਤਮਾ ਦੇ ਨਾਮ ਦਾ ਭਜੋ ਕਹੀਏ ਸਿਮਰਨਾ ਕਰ। ਦੁੱਖ ਮੇਟ ਤਰੋ ਭਵ ਸਾਗਰ ਪਾਰੇ, ਅਤੇ ਜੰਮਣ ਮਰਨ ਦੇ ਦੁੱਖ ਨੂੰ ਮੇਟ ਨਿਵਰਤ ਖਤਮ ਕਰਕੇ ਤੇ ਕੀ ਕਰ ਭਵ ਸਾਗਰ ਪਾਰੇ, ਇਸ ਭਾਵ ਸੰਸਾਰ ਸਮੁੰਦਰ ਤੋਂ ਤੈਰ ਕੇ ਪਾਰੇ ਕਹੀਏ ਪਾਰ ਹੋ ਜਾਣਾ ਕਰ, ਪਾਰ ਲੰਘ ਜਾਣਾ ਕਰ। ਸਵਈਆ ਭਵ ਹਾਰਕ ਕੇ ਚਿਤ ਨਾਮ ਕਹੈ, ਭਾਵ ਜੋ ਸੰਸਾਰ ਹੈ ਜੰਮਣ ਮਰਨ ਰੂਪੀ, ਜੰਮਣਾ ਮਰਨਾ ਭਾਵ ਦਾ ਅਰਥ ਹੁੰਦਾ ਹੈ ਜੰਮਣਾ ਮਰਨਾ। ਜੰਮਣ ਮਰਨ ਦੇ ਚੱਕਰ ਨੂੰ ਹਾਰਕ ਨਾਸ਼ ਕਰਨ ਵਾਸਤੇ ਕੇਚਿਤ ਦਾ ਅਰਥ ਕਈ ਜਿਹੜੇ ਨੇਮ ਨਿਯਮ ਹੈ ਨਾ ਉਹ ਕਹੇ ਆਖਦੇ ਹਨ, ਕਹੇ ਗਏ ਆ ਜਾਂ ਆਖਦੇ ਹਨ। ਯਮ ਹੀ ਭਵਹਾਰਕ ਔਰ ਬਖਾਨੇ, ਅਤੇ ਕੁਝ ਔਰ ਕਹੀਏ ਹੋਰ ਲੋਕ ਯਮ ਸਾਧਨ ਨੂੰ ਯਮ ਸਾਧਨ ਜਿਹੜਾ ਹੈ ਯਮ ਨੇਮ ਪ੍ਰਤਿਹਾਰ ਪੁਰਾਣਾ ਯਮ ਹਠ ਯੋਗ ਦੇ ਇੱਕ ਅੰਗ ਹੈ। ਇਹ ਜਿਹੜਾ ਯਮ ਸਾਧਨ ਨੂੰ ਭਵਹਾਰਕ ਜੰਮਣ ਮਰਨ ਨੂੰ ਹਾਰਕ ਕਹੀਏ ਮੇਟਣ ਦਾ ਸਾਧਨ ਵਖਾਨੇ ਕਥਨ ਕਰਦੇ ਹਨ। ਭਾਵ ਦਾ ਅਰਥ ਜੰਮਣ ਮਰਨ, ਇਹ ਅਰਥ ਲਾਉਣਾ ਇੱਥੇ ਵੀ ਜੰਮਣ ਮਰਨ ਰੂਪੀ ਕਿਹੜਾ ਸੰਸਾਰ ਹੈ, ਭਾਵ ਜਿਹੜਾ ਜੰਮਣ ਮਰਨ ਰੂਪੀ ਸੰਸਾਰ ਹੈ ਉਹਦੇ ਜਿਹੜੇ ਚੱਕਰ ਨੂੰ ਹਾਰਕ ਦਾ ਅਰਥ ਨਾਸ਼ ਕਰਨ,
ਨਾਸ ਕਰਨ ਵਾਸਤੇ ਕੇਚਿਤ ਕਹੀਏ ਕਿੰਨੇ ਕਈ ਕਿਹੜੇ ਨੇਮ ਨਿਯਮ ਹੈ ਨਾ, ਕਿਵੇਂ ਜੰਮਣ ਮਰਨ ਦੇ ਚੱਕਰ ਨਾਸ ਹੁੰਦੇ ਉਹ ਕਹੇ ਆਖਦੇ ਹਨ, ਆਖੇ ਗਏ ਹੈ। ਜਮ ਹੀ ਭਵਹਾਰ ਕੌਰ ਬਖਾਨੇ। ਅਤੇ ਕੁਝ ਕੁ ਹੋਰ ਜਿਹੜੇ ਲੋਕ ਹੈ, ਔਰ ਅਰਥ ਹੋਰ ਲੋਕ ਹੈ, ਉਹ ਤਾਂ 8 ਸਾਧਨ ਜਿਹੜੇ 8 ਜੋਧੇ ਦੇ ਵਿੱਚੋਂ ਜਿਹੜਾ ਯਮ ਸਾਧਨ ਹੈ ਉਹਨੂੰ ਹੀ ਭਵਹਾਰਕ ਜੰਮਣ ਮਰਨ ਦਾ ਜਿਹੜਾ ਹਾਰਕ ਨਾਸ ਕਰਨਾ, ਜੰਮਣ ਮਰਨ ਦੇ ਚੱਕਰ ਨੂੰ ਹਾਰਕ ਕਹੀਏ ਨਾਸ ਕਰਨ ਲਈ ਜਿਹੜਾ ਮੁੱਖ ਸਾਧਨ ਵਿਖਾਨੇ ਕਥਨ ਕਰਦੇ ਵੀ ਇਹਦੇ ਨਾਲ ਜੰਮਣ ਮਰਨ ਦਾ ਚੱਕਰ ਨਿਵਰਤ ਹੋ ਜਾਂਦਾ ਹੈ। ਅਤੇ ਜਮ ਅੱਗੇ ਜਿਹੜਾ ਉਹ ਵੀ 5 ਪ੍ਰਕਾਰ ਦਾ ਕਿਹਾ ਗਿਆ ਹੈ। 5 ਪ੍ਰਕਾਰ ਦਾ ਜਮ ਉਹ ਕੀ ਹੈ ਕਿ ਜਮ ਦਾ ਅਰਥ ਸਿੱਧਾ ਜਿਹਾ ਵੀ ਮਨ ਅਤੇ ਇੰਦਰੀਆਂ ਦੇ ਰੋਕਣ ਦੇ ਵਰਤ ਨੂੰ ਹੀ ਜਮ ਕਹਿੰਦੇ ਹੈ। ਜਿਹੜਾ ਮਨ ਬਾਹਰਮੁਖ ਬਿਰਤੀ ਵਿੱਚ ਗੁਲਤਾਨ ਨਾ ਹੋਵੇ, ਅੱਖਾਂ ਨਾਲ ਮਾੜਾ ਨਾ ਵੇਖੇ, ਕੰਨਾਂ ਨਾਲ ਮਾੜਾ ਨਾ ਸੁਣੇ, ਰਸਨਾ ਨਾਲ ਮਾੜਾ ਨਾ ਬੋਲੇ, ਇਹ ਇੰਦਰੀਆਂ ਦਾ ਜਿਹੜਾ ਜਮ ਕਰਨਾ। ਮਨ ਦਾ ਵੀ ਚੰਚਲਤਾ ਹੀ ਨਾ ਰਹਿਣ ਦੇਣੀ ਅਤੇ ਇੰਦਰੀਆਂ ਨੂੰ ਚੰਚਲਤਾ ਹੀ ਕਰਕੇ ਇੱਧਰ ਉੱਧਰ ਨਾ ਝਾਕਣਾ, ਦੇਖਣਾ ਸੁਣਨਾ। ਮਨ ਅਤੇ ਇੰਦਰੀਆਂ ਦੇ ਜਿਹੜਾ ਰੋਕਣਾ, ਇਸ ਵਰਤ ਨੂੰ ਹੀ ਜਮ ਕਹਿੰਦੇ ਹੈ। ਇਹ ਅੱਗੋਂ 5 ਪ੍ਰਕਾਰ ਦਾ। ਇੱਕ ਤਾਂ ਹੈਗਾ ਅਹਿੰਸਾ। ਉਹ ਕੀ ਵੀ ਜੀਵਾਂ ਨੂੰ ਮਾਰਨ ਅਤੇ ਦਿਖਾਉਣ ਦਾ ਤਿਆਗ। ਇਹ ਵੀ ਅੱਗੋਂ 3 ਪ੍ਰਕਾਰ ਦਾ ਜਮ। ਪਹਿਲਾ ਕੀ ਹੈ ਜਮ, ਇਹ 5 ਪ੍ਰਕਾਰ ਦਾ। ਉਹ ਕੀ ਪਹਿਲਾ ਕੀ ਅਹਿੰਸਾ, ਭਾਵ ਜੀਵਾਂ ਨੂੰ ਜਿਹੜਾ ਨਾ ਮਾਰਨਾ ਅਤੇ ਨਾ ਦੁੱਖ ਦੇਣ ਦਾ ਹੀ ਸੋਚਣਾ, ਭਾਵ ਕਿ ਜੀਵ ਨੂੰ ਦਿਖਾਉਣ ਦਾ ਵੀ ਦਿਖਾਉਣਾ ਉਹ ਵੀ ਤਿਆਗ ਕਰ ਦੇਣਾ ਅਤੇ ਨਾ ਜੀਵਾਂ ਨੂੰ ਮਾਰਨਾ ਵੀ ਜੀਵ ਨਹੀਂ ਮਾਰਨੇ, ਭਾਵ ਅਹਿੰਸਕ ਰਹਿਣਾ। ਇੱਕ ਹੁੰਦਾ ਹਿੰਸਕ ਵੀ ਹਿੰਸਾ ਹੱਤਿਆ ਕਰਨੀ, ਹਿੰਸਾ ਹੱਤਿਆ ਨਾ ਕਰਨੀ। ਜੀਵਾਂ ਨੂੰ ਮਾਰਨ ਕਿ ਨਹੀਂ ਮਾਰਨਾ ਹੈ ਅਤੇ ਦਿਖਾਉਣਾ ਨਹੀਂ ਹੈ, ਇਹ ਚੀਜ਼ਾਂ ਦਾ ਤਿਆਗ ਇਹਨੂੰ ਕਹਿੰਦਾ ਹੈ ਜਮ। ਅਹਿੰਸਾ ਪਹਿਲੇ ਪ੍ਰਕਾਰ ਦਾ ਜਮ ਜੋ ਹਿੰਸਾ ਰੂਪੀ। ਇਹ ਅੱਗੋਂ 3 ਪ੍ਰਕਾਰ ਦਾ। ਉਹ ਕੀ ਹੈ ਹਿੰਸਾ 3 ਪ੍ਰਕਾਰ ਦੀ ਹੁੰਦੀ ਨਾ ਅੱਗੋਂ, ਉਹ ਕਿਹੜੀ ਕਿਹੜੀ? ਇੱਕ ਤਾਂ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਦੂਜਾ ਜ਼ੁਬਾਨ ਤੋਂ ਫਿੱਕਾ ਬੋਲਣਾ, ਸਰੀਰ ਕਰਕੇ ਕਿਸੇ ਨੂੰ ਮਾਰਨਾ, ਇਹ ਹਿੰਸਾ ਹੈ। ਅਤੇ ਅਹਿੰਸਾ 3 ਪ੍ਰਕਾਰ ਦੀ ਕਿਹੜੀ ਹੈ ਵੀ ਮਨ ਤੋਂ ਬੁਰਾ ਨਾ ਚਿਤਵਣਾ, ਬੁਰਾ ਨਾ ਕਰਨਾ, ਮਨ ਕਰਕੇ ਵੀ ਮਰ ਜੇ ਰਹਿ ਜੇ। ਜ਼ੁਬਾਨ ਤੋਂ ਫਿੱਕਾ ਨਾ ਬੋਲਣਾ, ਜ਼ੁਬਾਨ ਤੋਂ ਇਹੋ ਜਿਹਾ ਬੋਲ ਕੇ ਕਿਤੇ ਦਿਲ ਨਾ ਦਿਖਾਉਣਾ, ਸਰੀਰ ਕਰਕੇ ਕਿਸੇ ਜੀਵ ਨੂੰ ਨਾ ਮਾਰਨਾ, ਇਹ ਹਿੰਸਾ ਹੈ। ਇਹ ਜਮ ਦਾ ਪਹਿਲਾ ਪ੍ਰਕਾਰ, ਪਹਿਲਾ ਹਿੱਸਾ ਹੈ। 5 ਪ੍ਰਕਾਰ ਦਾ ਜਮ ਪਹਿਲਾ ਹਿੱਸਾ ਹਿੰਸਾ ਹੈ। ਉਹ ਵੀ ਅੱਗੇ 3 ਪ੍ਰਕਾਰ ਦੀ ਹੈ। ਮਨ ਤੋਂ ਬੁਰਾ ਨਹੀਂ ਚਿਤਵਣਾ, ਜ਼ੁਬਾਨ ਤੋਂ ਫਿੱਕਾ ਨਹੀਂ ਬੋਲਣਾ, ਸਰੀਰ ਕਰਕੇ ਕਿਸੇ ਜੀਵ ਨੂੰ ਨਾ ਮਾਰਨਾ। ਅਤੇ ਦੂਸਰਾ ਜਮ ਕੀ ਸੱਤ ਨਿਯਮ, ਭਾਵ ਸੱਚ ਹੀ ਬੋਲਣਾ, ਝੂਠ ਦਾ ਬਿਲਕੁਲ ਤਿਆਗ ਕਰ ਦੇਣਾ। ਝੂਠ ਨਾ ਬੋਲਣਾ ਨਹੀਂ ਹੈ, ਸਦਾ ਸੱਚ ਬੋਲਣਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਇਹ ਜਮ ਹੈ। ਅਤੇ ਇੱਕ ਹੈ ਤੀਸਰਾ ਅਸਤੇਯ। ਉਹ ਸਤੇਯ ਕੀ ਹੁੰਦਾ? ਚੋਰੀ। ਅਸਤੇਯ ਹੁੰਦਾ ਵੀ ਚੋਰੀ ਤੋਂ ਰਹਿਤ, ਆਹ ਚੋਰੀ ਦਾ ਤਿਆਗ। ਸਰੀਰ ਨਾਲ ਕਿਸੇ ਦੀ ਕੋਈ ਚੀਜ਼ ਨਾ ਚੁੱਕੇ, ਮਨ ਦੇ ਪਾਪ ਨਾ ਲੁਕੋਵੇ, ਇਹ ਚੋਰੀ ਤੋਂ ਰਹਿਤ ਹੋਵੇ। ਠੀਕ ਨਹੀਂ? ਚੋਰੀ ਦਾ ਤਿਆਗ ਕਰ ਦੇਣਾ, ਇਹ ਜਮ ਹੈ। ਇਹ 3 ਪ੍ਰਕਾਰ ਦਾ ਜਾਂ ਤੀਸਰੇ ਪ੍ਰਕਾਰ ਦਾ ਜਮ ਹੈ, ਭਾਵ ਸਰੀਰ ਨਾਲ ਕਿਸੇ ਦੀ ਕੋਈ ਚੀਜ਼ ਨਾ ਚੁੱਕਣੀ, ਚੋਰੀ ਨਾ ਕਰਨੀ। ਮਨ ਕਰਕੇ ਵੀ ਜਿਹੜੇ ਕੋਈ ਪਾਪ ਕਰਨੇ ਹੈ ਅਤੇ ਉਹ ਮਨ ਕਰਕੇ ਕਿਤੇ ਪਾਪ ਵੀ ਲੁਕੋਵੇ ਨਾ ਵੀ ਅੰਦਰ ਕੀ ਹੈ ਬਾਹਰ ਕੀ ਹੈ, ਜ਼ੁਬਾਨ ਨੂੰ ਕੁਝ ਹੋਰ, ਅੰਦਰ ਕੁਝ ਹੋਰ।
ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕੋਈ ਚੋਰੀ ਨਾ ਕਰੇ, ਇਹ ਚੋਰੀ ਤੋਂ ਰਹਿਤ ਹੋਵੇ। ਤੀਸਰੇ ਪ੍ਰਕਾਰ ਦਾ ਜਮ ਹੈ, ਉਹਨੂੰ ਕਹੀਦਾ ਅਸਤੇਯ। ਚੌਥਾ ਹੈ ਬ੍ਰਹਮਚਰਯ। ਚੌਥਾ ਜਮ ਨਿਯਮ ਭਾਵ ਚਤ ਰੱਖ ਕੇ ਤੇ ਵਿਦਿਆ ਦਾ ਅਭਿਆਸ ਕਰਨਾ। ਉਹ ਕੀ ਹੈ? ਜਤ ਕੀ ਹੈ ਵੀ 8 ਪ੍ਰਕਾਰ ਦਾ ਕਾਮ ਤਿਆਗਣਾ, ਇਹਨੂੰ ਜਤ ਕਹਿੰਦੇ, ਇਹਨੂੰ ਬ੍ਰਹਮਚਰਜ ਕਹਿੰਦੇ। ਜਿਹੜੀ ਗੱਲ ਕਰਨੀ ਮੰਦੀ ਗੰਦੀ, ਇੱਕ ਜੇ ਦੂਸਰਾ ਗੱਲਾਂ ਸੁਣਨੀਆਂ ਮੰਦੀਆਂ, ਤੀਸਰਾ ਇਕਾਂਤ ਬੈਠ ਕੇ ਮੰਦੇ ਖਿਆਲ ਕਰਨੇ ਜਾਂ ਗੱਲਾਂ ਬਾਤਾਂ ਕਰਨੀਆਂ, ਚੌਥਾ ਅੰਗਾਂ ਨਾਲ ਪਰਸਣਾ ਸੰਬੰਧ ਕਰਨਾ, ਪ੍ਰੇਮ ਨਾਲ ਦੇਖਣਾ, ਅੱਖਾਂ ਭਰ ਕੇ ਹਿਰਦੇ ਨਾਲ ਲਾਉਣਾ, ਅੰਦਰੇ ਅੰਦਰੇ ਵੀ ਤੇ ਪ੍ਰਤੱਖ ਵੀ, ਫਿਰ ਮਨ ਵਿੱਚ ਚਿਤਵਣਾ, ਖਿਆਲ ਕਰਨੇ ਕਾਮ ਦੇ ਤੇ ਭੋਗ ਪ੍ਰਤੱਖ ਸੰਬੰਧ ਕਰ ਲੈਣਾ। ਇਹ ਹੁੰਦਾ ਹੈ 8 ਪ੍ਰਕਾਰ ਦਾ ਕਾਮ। ਇਹਦਾ ਤਿਆਗੀ ਹੋ ਕੇ ਰਹਿਣਾ, ਇਹਦੇ ਤੇ ਯਤ ਰੱਖ ਕੇ ਤੇ 25 ਸਾਲ ਤੱਕ ਵਿਦਿਆ ਦਾ ਅਭਿਆਸ ਕਰਨਾ। ਕਲ ਯੁੱਗ ਦੇ ਵਿੱਚ ਜਿਵੇਂ 4 ਆਸ਼ਰਮ ਬੰਦੇ ਹੈ, 25 ਸਾਲ ਤੱਕ ਬ੍ਰਹਮਚਰਜ ਰੱਖ ਕੇ ਬਿਲਕੁਲ ਹੀ ਇੱਧਰ ਧਿਆਨ ਨਹੀਂ ਦੇਣਾ ਹੈ, ਕਾਮ ਤਿਆਗ ਕੇ ਤੇ ਆਪਣਾ ਬ੍ਰਹਮ ਵਿਦਿਆ ਦਾ ਅਭਿਆਸ ਕਰੇ। ਅਪਰਗ੍ਰਹਿ। ਪੰਜਵਾਂ ਹੈ ਯਮ ਨਿਯਮ ਹੋਏ ਕਿ ਜਿਹੜਾ ਧਨ ਪੈਸਾ ਧੇਲਾ ਵੀ ਜੋੜੀ ਜਾਣਾ, ਇਹਦਾ ਤਿਆਗ। ਅਪਰਗ੍ਰਹਿ ਜਿਹੜਾ ਧਨ ਆਦਿ ਜੋੜਨਾ, ਇਹਦਾ ਤਿਆਗ ਕਰੇ, ਇਹ ਯਮ ਹੈ ਪੰਜਵਾਂ। ਇਸ ਤਰ੍ਹਾਂ 5 ਪ੍ਰਕਾਰ ਦਾ ਜਿਹੜਾ ਯਮ ਹੈ, ਮੁੱਖ ਰੂਪ ਤੇ ਇਹੀ ਹੈ ਕਿ ਮਨ ਦੇ ਇੰਦਰੀਆਂ ਦੇ ਰੋਕਣਾ, ਜਿਹੜਾ ਨਿਯਮ ਰੱਖਣਾ, ਇਹਨੂੰ ਯਮ ਕਿਹਾ ਜਾਂਦਾ। ਅੱਗੋਂ 5 ਪ੍ਰਕਾਰ ਦਾ ਹਿੰਸਾ, ਸੱਤ, ਅਸਤੇਯ, ਬ੍ਰਹਮਚਰਜ, ਅਪਰਗ੍ਰਹਿ, ਇਹ ਆਪ ਜੀ ਨੇ ਸਰਵਣ ਕਰ ਲਿਆ। ਇਸ ਪ੍ਰਕਾਰ ਦਾ ਇਹ ਜੀਵ ਰਹੇ ਤੇ ਉਹ ਯਮ ਨੇਮ ਪਵਹਾਰਕ ਕੇਚਿਤ ਨੇਮ ਕਹੇ। ਜੰਮਣ ਮਨ ਦੇ ਚੱਕਰ ਨੂੰ ਕਈ ਕਿਤੇ ਜਿਹੜਾ ਹੈ ਉਹ ਨੇਮ, ਜਿਹੜੀ ਸਾਧਨਾ ਯਮ ਨੇਮ ਪ੍ਰਤਿਹਾਰ ਪ੍ਰਾਣਾਯਾਮ, ਹਠ ਜੋ ਜਿਹੜਾ ਨੇਮ ਨਿਯਮ ਹੈ ਦੂਸਰਾ, ਕਈ ਦੋਨੋਂ ਕਹਿੰਦੇ ਆ ਵੀ ਉਹਦੇ ਨਾਲ ਜੰਮਣ ਮਨ ਦੇ ਚੱਕਰ ਨਿਵਰਤ ਹੋ ਜਾਂਦਾ। ਉਹ ਨੇਮ ਵੀ ਅੱਗੇ 5 ਪ੍ਰਕਾਰ ਦਾ ਦੱਸਿਆ ਹੈ ਕਿ ਇੱਕ ਦੇ ਸੌਚ, ਭਾਵ ਸਰੀਰ ਦੀ ਸੁੱਚ ਪਵਿੱਤਰਤਾ ਰੱਖਣੀ, ਇਸ਼ਨਾਨ ਪਾਣ ਕਰਕੇ ਰੱਖਣਾ, ਤਿਆਰ ਰਹਿਣਾ, ਇਸ਼ਨਾਨ ਜਲ ਕਰਕੇ, ਜਲ ਨਾਲ ਇਸ਼ਨਾਨ ਕਰਕੇ ਤੇ ਸੰਤੋਖ। ਦੂਸਰਾ ਕੀ ਹੈ? ਨੇਮ ਸੰਤੋਖ, ਭਾਵ ਸਬਰੀ ਰਹਿਣਾ। ਇਹ ਅੱਗੇ 2 ਪ੍ਰਕਾਰ ਦਾ, ਇੱਕ ਤੇ ਹੁੰਦਾ ਸੱਚਾ ਸੰਤੋਖ, ਇੱਕ ਹੁੰਦਾ ਕੱਚਾ ਸੰਤੋਖ। ਸੱਚਾ ਸੰਤੋਖ ਤੇ ਉਹ ਕਿ ਪਰਮਾਤਮਾ ਦੀ ਰਜ਼ਾ ਵਿੱਚ ਜੋ ਪਦਾਰਥ ਜਾਂ ਦੁੱਖ ਸੁੱਖ ਮਿਲੇ ਉਸ ਵਿੱਚ ਹੀ ਪ੍ਰਸੰਨ ਰਹਿਣਾ, ਇਹ ਸੱਚਾ ਸੰਤੋਖ। ਭਾਵ ਯਥਾ ਲਾਭ ਤਥਾ ਸੰਤੁਸ਼ਟਾ, ਜੈਸਾ ਮਿਲ ਲਾਭ ਹੋ ਗਿਆ ਉਹਦੇ ਵਿੱਚ ਹੀ ਸੰਤੁਸ਼ਟ ਰਹਿਣਾ, ਇਹ ਸੱਚਾ ਸੰਤੋਖ। ਦੂਸਰਾ ਕੱਚਾ ਸੰਤੋਖ ਹੈ, ਉਹ ਕੀ ਹੈ ਕਿ ਪਦਾਰਥ ਹੱਥ ਆਉਣਾ ਪਰ ਉੱਪਰੋਂ ਸੰਤੋਖੀ ਹੋਣ ਦੇ ਦਿਖਾਵਾ ਕਰਨਾ, ਜਿਸ ਅਸੀਂ ਤੇ ਘੱਟ ਖਾਂਦੇ ਹਾਂ ਜੀ, ਕਿਤੇ ਅਸੀਂ ਇਸੇ ਵਿੱਚ ਠੀਕ ਹਾਂ, ਅੰਦਰੋਂ ਚਾਹਨਾ ਬੜੀ ਹੋਣੀ। ਇਸ ਤਰ੍ਹਾਂ ਕਰਨ ਨਾਲ ਚਿੱਤ ਪ੍ਰਸੰਨ ਨਹੀਂ ਹੁੰਦਾ। ਕੇਵਲ ਵਡਿਆਈ ਦੀ ਭੁੱਖ ਹੀ ਹੁੰਦੀ, ਬਾਬਾ ਬੜਾ ਤਿਆਗੀ ਹੈ, ਅੰਦਰੋਂ ਪੂਰੀ ਲੱਤ ਲੱਗੀ ਹੁੰਦੀ ਵੀ ਆ ਵੀ ਮੈਂ ਖਾਣਾ, ਆ ਵੀ ਮਿਲ ਜੇ, ਆ ਵੀ ਮਿਲ ਜੇ, ਉਹ ਕੱਚਾ ਸੰਤੋਖੀ। ਇਹ ਨੇਮ ਦੂਸਰੇ ਪ੍ਰਕਾਰ ਦਾ। ਤੀਸਰਾ ਨੇਮ ਹੈ ਤਪ, ਵੀ ਸੁੱਖ ਹੋਵੇ ਦੁੱਖ ਹੋਵੇ ਆਪ ਦਾ ਬਰਾਬਰ ਭਾਵ ਨਾਲ ਹੀ ਸਹਿਣਾ, ਦੁੱਖ ਹੋਵੇ ਸੁੱਖ ਹੋਵੇ ਤੇ ਇੱਕ ਸਮ ਦ੍ਰਿਸ਼ਟੀ ਰਹਿਣਾ, ਤੈਸਾ ਅਰਗ ਤੈਸਾ ਸੋਗ ਦੀ ਅਵਸਥਾ ਵਿੱਚ ਰਹਿਣਾ, ਇਹ ਤੀਸਰਾ ਨੇਮ ਹੈ। ਤੇ ਤਪ ਵੀ ਅੱਗੋਂ 3 ਪ੍ਰਕਾਰ ਦਾ, ਇੱਕ ਤੇ ਤਾਮਸੀ ਤਪ, ਉਹ ਕੀ ਵੀ ਭੁੱਖੇ ਧਿਆਏ ਰਹਿਣਾ,
ਧੂਣੀ ਧਖਾਉਣੀ, ਗਰਮੀਆਂ ਦੇ ਦਿਨਾਂ ਵਿੱਚ ਜੇਠ ਹਾੜ ਦੇ ਦਿਨਾਂ ਵਿੱਚ ਜਲ ਧਾਰਾ ਕਰਨੀ, ਕਸ਼ਟ ਬੜਾ ਸਹਿਣਾ। ਇਹ ਤਾਮਸੀ ਤਪ ਨਾਨਕ ਪ੍ਰਕਾਸ਼ ਹੀ ਆਉਂਦਾ ਹੈ। ਰਾਜਸੀ ਤਪ ਉਹ ਕੀ ਹੈ? ਕੁਕਰਮਾਂ ਵੱਲੋਂ ਇੰਦਰੀਆਂ ਰੋਕਣੀਆਂ, ਖੋਟੇ ਕਰਮਾਂ ਵੱਲੋਂ। ਸ੍ਰੇਸ਼ਟ ਸੇਵਾ ਜਿਹੜੀ ਗੁਰੂ ਘਰ ਦੀ ਚੰਗੀ ਚੰਗੀ ਸੇਵਾ ਕਰਨੀ, ਇਹ ਰਾਜਸੀ ਤਪ ਹੈ। ਗੁਰੂ ਘਰ ਸੇਵਾ ਕਰਨੀ ਕੋਈ ਇੱਛਾ ਚਾਹਨਾ ਰੱਖ ਕੇ ਇੰਦਰੀਆਂ ਵੱਲੋਂ, ਜਿਹੜੀ ਇੰਦਰੀਆਂ ਕਰਮਾਂ ਵੱਲੋਂ ਰੋਕ ਕੇ ਰੱਖਣੀਆਂ, ਇਹ ਰਾਜਸੀ ਤਪ। ਸਾਂਤਕੀ ਤਪ ਇਹ ਹੈ ਬਿਰਤੀ ਜਿਹੜੀ ਹੈ ਮਨ ਦੀ, ਉਹਨੂੰ ਨਾਮ ਦੇ ਵਿੱਚ ਹੀ ਟਿਕਾਉਣਾ, ਸਿਰਫ ਨਾਮ ਵਿੱਚ। ਇਹ ਸਾਂਤਕੀ ਤਪ। 3 ਪ੍ਰਕਾਰ ਦਾ ਤਪ। ਅਤੇ ਸਿੱਧਾ ਜਿਹਾ ਵੀ ਸੁੱਖ ਹੋਵੇ ਗਰਮੀ ਵਿੱਚ, ਗਰਮੀ ਵਿੱਚ ਦੁੱਖ ਨਹੀਂ ਮਨਾਉਣਾ ਹੈ। ਅਤੇ ਸਿਆਲ ਵਿੱਚ ਠੰਡ ਬੜੀ, ਉਦੋਂ ਦੁੱਖ ਨਹੀਂ ਮਨਾਉਣਾ, ਉਦੋਂ ਵੀ ਸਾਹਮਣੇ ਰਹਿਣਾ, ਜੋ ਹੈ ਉਸ ਤੋਂ ਠੀਕ ਹੈ। ਜੇ ਸਿਆਲ ਵਿੱਚ ਜਾਂ ਘਰ ਵਿੱਚ ਖੁਸ਼ੀ ਆ ਗਈ, ਉਹਦਾ ਸੁਖੀ ਨਹੀਂ ਹੋਣਾ, ਦੁੱਖ ਆ ਗਿਆ ਕੋਈ ਅਤੇ ਦੁਖੀ ਨਹੀਂ ਹੋਣਾ। ਦੋਨੋਂ ਸਮਿਆਂ ਵਿੱਚ ਹੀ ਬਰਾਬਰ ਭਾਵ ਨਾਲ ਰਹਿਣਾ, ਇੱਕ ਸਮਾਨ ਦੁੱਖ ਸੁੱਖ ਨੂੰ ਸਹਿਣਾ, ਉਹਨੂੰ ਕਹੀਦਾ ਤਪ। ਅੱਗੋਂ 3 ਪ੍ਰਕਾਰ ਦਾ ਉਹ ਆਪਾਂ ਸਰਵਣ ਕੀਤਾ ਹੈ। ਸਵਾਧਿਆਏ, ਸਵਾਧਿਆਏ ਚੌਥਾ ਨੇਮ। ਉਹ ਕੀ ਹੈ ਵੀ ਜਿਹੜੇ ਮੁਕਤੀ ਦੇਣ ਵਾਲੇ ਗ੍ਰੰਥ ਹੈ ਉਹਨਾਂ ਦਾ ਪੜ੍ਹਨਾ। ਜਿਹੜੇ ਮੁਕਤੀ ਦੇਣ ਵਾਲੇ ਗ੍ਰੰਥ ਹੈ ਨਾ, ਜਿਹੜੇ ਧਰਮ ਸ਼ਾਸਤਰ ਗ੍ਰੰਥ ਹੈ, ਉਹਨਾਂ ਨੂੰ ਪੜ੍ਹਨਾ, ਅਥਵਾ ਉਹ ਓਂਕਾਰ ਦਾ ਜਾਪ ਕਰਨਾ, ਵਾਹਿਗੁਰੂ ਦਾ ਜਾਪ ਕਰਨਾ। ਇਹ ਸਵਾਧਿਆਏ ਨੇਮ ਹੈ। ਈਸ਼ਵਰ ਪ੍ਰਣਿਧਾਨ ਇਹ 5ਵਾਂ ਨੇਮ। ਉਹ ਕੀ ਵੀ ਹਉਮੈ ਤਿਆਗ ਕੇ, ਹੰਕਾਰ ਛੱਡ ਕੇ, ਜਿੰਨੇ ਕਰਮ ਹੈ ਉਹਨਾਂ ਨੂੰ ਈਸ਼ਵਰ ਦੇ ਪ੍ਰਥਾਏ ਅਰਪਣ ਕਰ ਦੇਣਾ। ਠੀਕ ਹੈ, ਈਸ਼ਵਰ ਦੇ ਪ੍ਰਥਾਏ ਹਉਮੈ ਛੱਡ ਕੇ ਨਹੀਂ, ਜਿੰਨੇ ਕਰਮ ਕਰਨੇ। ਇਹ ਨਹੀਂ ਕਹਿਣਾ ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਾਇਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਸੱਚਿਆਰ ਕੂੜਿਆਰ। ਆਪ ਆਪਣਾ ਹੱਥ ਨਹੀਂ ਜਾਣੀ। ਜੋ ਵੀ ਸੇਵਾ ਆਦਿਕ ਬਾਣੀ ਆਦਿਕ ਪੜ੍ਹਨੀ, ਜਿੰਨੇ ਕਰਮ ਕਰਨੇ ਸਭ ਗੁਰੂ ਈਸ਼ਵਰ ਪਰਮਾਤਮਾ ਨੂੰ ਅਰਪਣ ਕਰ ਦੇਣੇ ਆ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਅਰਜਨ ਨੂੰ ਕਿਹਾ ਹੈ। ਇਸ ਵਾਰ ਈਸ਼ਵਰ ਪ੍ਰਣਿਧਾਨ, ਈਸ਼ਵਰ ਦੇ ਪ੍ਰਥਾਈ ਸਾਰੇ ਕਰਮਾਂ ਨੂੰ ਅਰਪਣ ਕਰ ਦੇਣਾ, ਹਉਮੈ ਨੂੰ ਛੱਡ ਕੇ। 5 ਪ੍ਰਕਾਰ ਦਾ ਨਿਯਮ ਜੋ ਗ੍ਰੰਥਾਂ ਵਿੱਚ ਲਿਖਿਆ ਹੋਇਆ, ਸ਼ਾਸਤਰਾਂ ਵਿੱਚ ਗੁਰਮਤਿ ਅਨੁਸਾਰ 5 ਪ੍ਰਕਾਰ ਦਾ ਜਮ ਉਹ ਇਸ ਪ੍ਰਕਾਰ ਆ ਕਿ ਜਿਹੜਾ ਯਮ ਗੁਰਮਤਿ ਉੱਧਰ ਤਾਂ ਹੈਗਾ ਨਾ ਮਨ ਅਤੇ ਇੰਦਰੀਆਂ ਨੂੰ ਰੋਕਣਾ, ਇਹ ਯਮ। ਇੱਧਰ ਹੈ ਗੁਰਮਤਿ ਵਿੱਚ ਵੀ ਮਨ ਨੀਵਾਂ ਰੱਖਣਾ, ਆਪਣੇ ਗੁਣਾਂ ਤੋਂ ਸਦਾ ਹੀ ਮਾਣ ਹੰਕਾਰ ਤੋਂ ਰਹਿਤ ਰਹਿਣਾ। ਭਾਵ ਹਮ ਅਵਗੁਣ ਪਰ ਏਕ ਗੁਣ ਨਹੀਂ, ਐਸੀ ਅਵਸਥਾ ਰੱਖਣੀ। ਇਹ ਅੱਗੋਂ 5 ਪ੍ਰਕਾਰ ਦਾ ਉਹਦੇ ਪਰਿਭਾਸ਼ਾ ਦੱਸੀ ਉੱਪਰ। ਇਹ ਅੱਗੋਂ 5 ਪ੍ਰਕਾਰ ਦਾ ਐਵੇਂ ਵੀ ਪਹਿਲਾ ਦੇ ਧਰਮ, ਆਪਣੇ ਧਰਮ ਦੇ ਧਾਰ ਨਹੀਂ ਹੋਣਾ, ਇਹ ਯਮ। ਦੂਸਰਾ ਹੈ ਧੀਰਜ। ਉਹ ਧੀਰਜ ਕੀ ਹੈ? ਜਮ ਦਾ ਅਰਥ ਹੁੰਦਾ ਬ੍ਰਤ। ਵੀ ਪਹਿਲਾ ਬ੍ਰਤ ਕੀ ਹੈ? ਉਹ ਆਪਣੇ ਧਰਮ ਦੇ ਧਾਰ ਨਹੀਂ ਹੋਣਾ। ਦੂਸਰਾ ਧੀਰਜ ਰੱਖਣੀ, ਸੁੱਖ ਹੋਵੇ ਦੁੱਖ ਹੋਵੇ ਇਹਦੇ ਵਿੱਚ ਬਰਾਬਰ ਦੀ ਬਿਰਤੀ ਰੱਖਣੀ। ਚਿੱਤ ਦਾ ਟਿਕਾਓ, ਕਲੇਸ਼ ਵਿੱਚ ਵੀ ਮਨ ਦੀ ਸਥਿਤੀ ਰਹਿਣੀ, ਇਹਦਾ ਨਾਮ ਧੀਰਜ ਹੈ। ਦੁੱਖ ਹੋਵੇ ਕਲੇਸ਼ ਹੋਵੇ ਕੁਝ ਵੀ ਹੋਵੇ, ਜਿਹੜੀ ਮਨ ਦੀ ਸਥਿਤੀ ਟਿਕਾਓ ਹੈ ਉਹ ਬਣਿਆ ਰਹਿਣਾ, ਇਹਦਾ ਨਾਮ ਧੀਰਜ ਹੈ। ਭਾਵੇਂ ਹੌਸਲਾ ਨਾ ਹਾਰਨਾ, ਸੁੱਖ ਦੁੱਖ ਵਿੱਚ ਇੱਕ ਬਰਾਬਰ ਬਿਰਤੀ ਰੱਖਣੀ। ਸੁੱਖ ਵਿੱਚ ਨੱਪਣਾ ਟੱਪਣਾ ਨਾ, ਉਦੋਂ ਵੀ ਕਾਹਲੀ ਨਾ ਪੈ ਜਾਣਾ, ਅਤੇ ਦੁੱਖ ਵਿੱਚ ਵੀ ਕਾਹਲੇ ਨਾ ਪੈ ਜਾਣਾ, ਬੇਹੌਸਲੇ ਨਾ ਹੋ ਜਾਣਾ। ਇਹ ਦੂਸਰਾ ਯਮ ਹੈ ਗੁਰਮਤਿ ਅਨੁਸਾਰ। ਤੀਸਰਾ ਯਮ ਗੁਰਮਤਿ ਅਨੁਸਾਰ ਖਿਮਾ। ਉਹ ਕੀ ਵੀ ਕਿਸੇ ਦੇ ਔਗਣ ਦੇ ਕੇ ਉਹਨੂੰ ਮਾਫ਼ ਕਰ ਦੇਣਾ, ਖੋਬ ਨਾ ਕਰਨਾ, ਕਾਹਲੇ ਨਾ ਪੈਣਾ,
ਭਾਵ ਕਿ ਜੇ ਉੱਦਾਂ ਆਪ ਵੱਡੇ ਆ, ਛੋਟੇ ਨੇ ਕੋਈ ਇਹੋ ਜਿਹੀ ਗੱਲ ਬੋਲ ਦਿੱਤੀ ਹੈ, ਉਹਦਾ ਉਹ ਗੁਣ ਵੇਖ ਕੇ ਵੀ ਮੈਨੂੰ ਵੱਡੇ ਨੇ ਛੋਟੇ ਨੇ ਕਿਉਂ ਬੋਲਿਆ, ਇਹ ਦੇਖ ਕੇ ਉਹਨੂੰ ਮਾਰਨ ਦੀ ਬਜਾਏ, ਵੱਧ ਘੱਟ ਬੋਲਣ ਦੀ ਬਜਾਏ ਮਾਫ਼ ਕਰਨਾ, ਇਹ ਖੇਮਾ ਹੈ ਗੁਰਮਤਿ ਅਨੁਸਾਰ ਜਮ। ਤੀਸਰਾ ਜਮ। ਚੌਥਾ ਜਮ ਹੈ ਦਇਆ। ਕਿਸੇ ਦੂਸਰੇ ਦੇ ਦੁੱਖ ਨੂੰ ਦੇਖ ਕੇ ਚਿੱਤ ਦਾ ਦਰਵ ਜਾਣਾ, ਢਲ ਜਾਣਾ, ਇਹਨੂੰ ਦਇਆ ਕਹਿੰਦੇ ਹੈ। ਸਿੱਧਾ ਜਿਹਾ ਵੀ ਕਿਸੇ ਦੁਖੀ ਨੂੰ ਦੇਖ ਕੇ ਉਹਦੀ ਸਹਾਇਤਾ ਕਰਨੀ, ਇਹ ਦਇਆ ਹੈ, ਇਹ ਬ੍ਰਤ ਹੈ, ਇਹ ਜਮ ਹੈ ਗੁਰਮਤਿ ਅਨੁਸਾਰ ਦਇਆ ਕਰਨੀ, ਦੁਖੀ ਦੇਖ ਕੇ ਉਹਦੀ ਸਹਾਇਤਾ ਕਰਨੀ। ਪੰਜਵਾਂ ਜਮ ਹੈ ਕੋਮਲ ਹਿਰਦਾ। ਚਿੱਤ ਵਿੱਚ ਨਿਰਮਾਨਤਾ ਆਈ ਹੋਈ ਅਤੇ ਸਭ ਨੂੰ ਚੰਗਾ ਉਪਦੇਸ਼ ਦੇਣਾ ਅਤੇ ਆਪ ਸਭ ਤੋਂ ਨੀਵੇਂ ਬਣੇ ਰਹਿਣਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਦਸੇ ਗੁਰੂ ਸਾਹਿਬਾਂ ਦਾ ਸੁਭਾਅ ਹੀ ਸੀ ਕੋਮਲ ਹਿਰਦਾ। ਚਿੱਤ ਵਿੱਚ ਨਿਰਮਾਨਤਾ ਹੀ ਰੱਖਣੀ, ਕੋਈ ਮਾਣ ਨਹੀਂ ਰੱਖਣਾ, ਸਭ ਨੂੰ ਹੀ ਚੰਗਾ ਵੀ ਸਭ ਤਰ ਜਾਣ। ਸਤਿਨਾਮ ਦਾ ਉਪਦੇਸ਼ ਦ੍ਰਿੜਾਇਆ, ਇਸ ਕਰਕੇ ਸਭ ਨੂੰ ਚੰਗਾ ਹੀ ਦੇਸ਼ ਦੇਣਾ ਅਤੇ ਆਪ ਕਹਿਣਾ, ਆਪ ਮਹਾਰਾਜ ਕਹਿੰਦੇ ਵੀ ਅਸੀਂ ਭਾਈ ਦਾਸ ਹਾਂ, ਦਾਸ ਹੈ ਪਰਮੇਸ਼ਰ ਹੀ ਆਪ। ਇਸ ਤਰ੍ਹਾਂ ਆਪ ਨਹੀਂ ਕੁਝ ਲਾਉਣਾ, ਆਪਣਾ ਆਪ ਨਿਰਮਾਣ ਹੀ ਰਹਿਣਾ ਅਤੇ ਸਭ ਨੂੰ ਚੰਗਾ ਉਪਦੇਸ਼ ਦੇਣਾ, ਜਿਸ ਕਰਕੇ ਸਭ ਦਾ ਭਲਾ ਹੋ ਜਾਏ। ਇਹ ਪੰਜਵਾਂ ਹੈ ਜਮ ਕੋਮਲ ਹਿਰਦਾ। ਅਤੇ ਅੱਗੇ 5 ਪ੍ਰਕਾਰ ਦਾ ਨੇਮ ਜੋ ਦੱਸਿਆ, ਉੱਪਰ ਨੇਮ ਹੁੰਦਾ ਨਿਯਮ। ਅਤੇ ਗੁਰਮਤਿ ਅਨੁਸਾਰ 5 ਪ੍ਰਕਾਰ ਦਾ ਨੇਮ ਨਿਯਮ ਇਹ ਹੈ। ਨਿਯਮ ਦਾ ਅਰਥ ਹੁੰਦਾ ਅਸੂਲ ਬੰਨ੍ਹਿਆ ਹੋਇਆ, ਇੱਕ ਅਸੂਲ ਬੰਨ੍ਹੀ ਹੋਈ ਗੱਲ ਵੀ ਜਿਹੜਾ ਨਿਯਮ ਸਾਡੇ ਗੁਰੂ ਨੇ ਕੀਤਾ ਕਾਇਮ, ਉਸ ਨੂੰ ਧਾਰਨ ਕਰਕੇ ਰੱਖਣਾ, ਆਪਣੇ ਆਪ ਨੂੰ ਭਾਵ ਗੁਰਮਤਿ ਦੇ ਅਨੁਸਾਰ ਨਿਯਮਬੱਧ ਰੱਖਣਾ, ਜੋ ਆਪਣੇ ਗੁਰੂ ਪੀਰ ਦਾ ਦੱਸੀ ਹੋਇਆ ਅਸੂਲ ਹੈ ਨਾ, ਕਿ ਗੁਰ ਸਤਿਗੁਰ ਕਾ ਜੋ ਸੇਖਾ ਖਾਏ ਸੋ ਭਲ ਕੇ ਠਹਿਰ ਨਾਮ ਧਿਆਵੇ, ਇਸ ਤਰ੍ਹਾਂ ਰਹੇ, ਗੁਰੂ ਦੱਸੇ ਹੋਏ ਨਿਯਮ ਅਨੁਸਾਰ ਰਹੇ, ਆਪਣੇ ਆਪ ਨੂੰ ਗੁਰਮਤਿ ਦੇ ਅਨੁਸਾਰ ਨਿਯਮਬੱਧ ਰੱਖਣਾ, ਉਹਦੇ ਅਸੂਲਾਂ ਵਿੱਚ ਰਹਿਣਾ। ਇਹ ਨਿਯਮ ਅੱਗੋਂ 5 ਪ੍ਰਕਾਰ ਦਾ ਉੱਥੇ ਵੀ ਹੈ ਵੀ ਸੌਚ, ਸੰਤੋਖ, ਤਪ, ਸਵਾਧਾਈ, ਈਸ਼ਵਰ ਪ੍ਰਣਿਧਾਨ। ਇੱਥੇ ਗੁਰਮਤਿ ਅਨੁਸਾਰ ਇਹ ਹੈ ਨਿਯਮ ਕਿ ਪਹਿਲਾ ਨਿਯਮ ਹੈ ਇਸ਼ਨਾਨ ਅੰਮ੍ਰਿਤ ਵੇਲੇ, ਕਰ ਇਸ਼ਨਾਨ ਸਿਮਰਨ ਪ੍ਰਭ ਆਪਣਾ। ਨਿਯਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲਾ ਸਚ ਨਾਉ, ਚੱਲ ਆਗੇ ਉਠ ਨਾਮ ਜਪ, ਨਿਸਬਾਸ ਰਾਧ। ਅੱਗੇ ਇਹ ਪਹਿਲਾ ਤਾਂ ਨਿਯਮ ਹੋ ਗਿਆ ਇਸ਼ਨਾਨ। ਦੂਸਰਾ ਹੈ ਪਾਠ, ਗੁਰੂ ਦੇ ਜਿਹੜੇ ਸ਼ਬਦ ਨੂੰ ਪੜ੍ਹਨਾ, ਫਿਰ ਉਹਨੂੰ ਧਿਆਨ ਦੇ ਕੇ ਸੁਣਨਾ, ਗਾਵੀਐ ਸੁਣੀਐ ਮਨ ਰੱਖੀਐ ਭਾਵ। ਅਤੇ ਗੁਰੂ ਦੇ ਸਿਧਾਂਤ ਤੋਂ ਬਿਨਾਂ ਹੋਰ ਕੋਈ ਵੀ ਜਿਹੜਾ ਮਿੱਥਿਆ ਝੂਠੀ ਗੱਲ ਉਹ ਨਾ ਆਪਣੇ ਕੰਨੀ ਪਾਉਣੀ ਅਤੇ ਨਾ ਹੀ ਕਰਨੀ। ਭਾਵ ਗੁਰੂ ਦਾ ਸਿਧਾਂਤ ਜਿਹੜਾ, ਗੁਰੂ ਦਾ ਸ਼ਬਦ ਨੂੰ ਪਹਿਲਾਂ ਪੜ੍ਹਨਾ, ਫਿਰ ਉਹਨੂੰ ਸੁਣਨਾ, ਫਿਰ ਉਹਦੇ ਸਿਧਾਂਤ 'ਤੇ ਰਹਿਣਾ, ਕੋਈ ਵੀ ਜਿਹੜੀ ਮਿੱਥਿਆ ਗੱਲ ਆਪਣੇ ਕੰਨੀ ਨਾ ਪੈਣੀ ਨਾ ਕਰਨੀ। ਠੀਕ ਹੈ। ਸਤਿਗੁਰੂ ਦੀ ਸੇਵਾ ਸਫਲ ਹੈ, ਉੱਤੇ ਪਹਿਰਾ ਦੇਣਾ ਵੀ ਗੁਰੂ ਦੀ ਸੇਵਾ ਸਫਲ ਭਾਈ, ਇਹ ਕਰਨੀ ਪੈਣੀ, ਇਹਦੇ ਵਿੱਚ ਕੋਈ ਬਹਾਨਾ ਨਹੀਂ। ਇਹ ਨਹੀਂ ਕਹਿਣਾ ਮੈਂ ਕੰਮ ਕਰਦਾ ਰਿਹਾ ਕੀ ਕਰਦਾ ਜੀ, ਉਹ ਅਸੂਲ 'ਤੇ ਰਹਿਣਾ ਕਿ ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਇਹ ਦੂਸਰਾ ਹੈ ਨੇਮ ਪਾਠ ਕਰਨਾ। ਅਤੇ ਤੀਸਰਾ ਹੈ ਪੂਜਾ। ਉਹ ਨਿਯਮ ਕੀ ਹੈ ਕਿ ਹਿਰਦੇ ਆਪਣੇ ਅੰਦਰ ਸਤਿਗੁਰਾਂ ਦੇ ਉੱਤੇ ਸ਼ਰਧਾ ਭਾਵਨਾ ਧਾਰਨ ਕਰਕੇ ਨਿਯਮ ਨਾਲ ਗੁਰੂ ਦਾ ਹੀ ਪੂਜਨ ਕਰਨਾ, ਭਾਵ ਆਪਣੇ ਗੁਰੂ ਨੂੰ ਹੀ ਮੰਨਣਾ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰੂ ਨੂੰ ਸਭ ਕੁਝ ਮੰਨਣਾ। ਅਤੇ ਸ਼ਰਧਾ ਭਾਵਨਾ ਧਾਰਨ ਕਰਕੇ ਰੋਜ਼ ਨਿਯਮ ਨਾਲ ਗੁਰਾਂ ਦਾ ਹੀ ਪੂਜਨ ਕਰਨਾ, ਗੁਰਾਂ ਨੂੰ ਹੀ ਮੰਨਣਾ ਪੂਜਣਾ। ਇਹ ਤੀਸਰਾ ਨੇਮ ਹੈ ਪੂਜਾ। ਚੌਥਾ ਨੇਮ ਹੈ ਅਬੋਲ। ਇੱਕ ਹੁੰਦਾ ਬੋਲ, ਇੱਕ ਹੁੰਦਾ ਅਬੋਲ, ਭਾਵ ਬੋਲਣ ਤੋਂ ਰਹਿਤ। ਉਹ ਕੀ ਵੀ ਜਿੰਨਾ ਚਿਰ ਨਿਤਨੇਮ ਦਾ ਪਾਠ ਕਰੇ,
ਪੰਜ ਬਾਣੀਆਂ ਦਾ, ਉਹਨਾਂ ਚਿਰ ਕੋਈ ਹੋਰ ਬਚਨ ਨਾ ਬੋਲੇ। ਕਈਆਂ ਦੇ ਨੇਮ 'ਤੇ 5 ਗ੍ਰੰਥੀ, ਕੋਈ 10 ਗ੍ਰੰਥੀ ਜਾਂ ਕੋਈ ਮੂਲ ਮੰਤਰ ਦਾ ਅਭਿਆਸ ਕਰਦੇ। ਜਿੰਨਾ ਚਿਰ ਭਾਵ ਆਪਣਾ ਨਿਤਨੇਮ ਜੋ ਰੋਜ਼ ਦਾ ਪਾਠ ਕਰਨਾ, ਉਹਨਾਂ ਚਿਰ ਬਿਲਕੁਲ ਕੋਈ ਵਚਨ ਗੱਲ ਨਾ ਬੋਲੇ। ਦੰਭ ਰਹਿਤ, ਪੰਜਵਾਂ ਨੇਮ ਕੀ ਹੈ? ਦੰਭ ਰਹਿਤ, ਪਖੰਡ ਤੋਂ ਰਹਿਤ, ਪਖੰਡ ਤੋਂ ਰਹਿਤ ਹੋਵੇ, ਇਹ ਪੰਜਵਾਂ ਨਿਯਮ। ਅਤੇ ਗੁਰਾਂ ਦੇ ਸ਼ਬਦ ਦੀ ਕਮਾਈ ਕਰੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕਮਾਈ ਕਰੇ ਅਤੇ ਪਵਿੱਤਰ ਰਹੇ, ਸ਼ੁੱਧੀ ਰਹੇ, ਇਹਨਾਂ ਮੈਲ ਕਚੈਲਾ ਰਹੇ। ਕਰ ਇਸ਼ਨਾਨ ਸਿਮਰਨ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਗੁਰੂ ਦੇ ਪਹਿਲਾਂ ਤਾਂ ਇਸ਼ਨਾਨ ਕਰੇ, ਪਵਿੱਤਰ ਰਹੇ, ਫਿਰ ਗੁਰਬਾਣੀ ਪੜ੍ਹੇ, ਉਹ ਸ਼ਬਦੀ ਅਨੁਸਾਰ ਉਹਨਾਂ ਦੀ ਕਮਾਈ ਕਰੇ, ਪਖੰਡਾਂ ਤੋਂ ਰਹਿਤ ਹੋਵੇ, ਹਮੇਸ਼ਾ ਗੁਰੂ ਦੇ ਸ਼ਬਦ ਦਾ ਅਨੁਸਾਰੀ ਹੋ ਕੇ ਵਰਤੇ। ਜੋ ਗੁਰੂ ਕਹਿੰਦੇ, ਔਖਾ ਬੜਾ ਉਂਝ, ਪਰ ਗੁਰਮਤਿ ਅਨੁਸਾਰ ਜੋ ਨੇਮ ਉਹਦਾ ਕਥਨ ਇੱਥੇ ਹੈ ਕਿ ਗੁਰੂ ਦੇ ਸ਼ਬਦ ਦੇ ਅਨੁਸਾਰੀ ਹੋ ਕੇ ਵਰਤੇ। ਅਤੇ ਕੀ ਕਰੇ? ਨਿਯਮ ਨਾਲ ਸਤਸੰਗ ਦੇ ਵਿੱਚ ਜਾਵੇ, ਕਥਾ ਕੀਰਤਨ ਸਰਵਣ ਕਰੇ, ਸਤਸੰਗ ਜ਼ਰੂਰ ਕਰੇ। ਖੋਜਿ ਖੋਜਿ ਸੁਣੀਏ ਸੋਏ, ਸਾਧ ਸੰਗਤ ਬਿਨ ਧਰਿਓ ਨਾ ਕੋਇ। ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ, ਚਾਰੇ ਜੁਗ ਮੈਂ ਸੋਧਿਆ, ਬਿਨ ਸਤ ਸੰਗਤ ਬਿਨ ਸੰਗਤ ਅਹੰਕਾਰ ਨਾ ਭੱਗੇ। ਇਹ ਮਹਾਰਾਜ ਦੇ ਬਚਨ ਹਨ, ਸਾਧ ਸੰਗਤ ਜ਼ਰੂਰ ਕਰੇ। ਇਸ ਪ੍ਰਕਾਰ ਇਹ ਤੁਕ ਦਾ ਕਾਫੀ ਵਿਸਥਾਰ ਹੈ, ਜੋ ਆਪਾਂ ਕੀਤਾ ਕਿ ਭਵਹਾਰਕ ਕੇ ਚਿਤ ਨੇਮ ਕਹੇ। ਕਵੀ ਜੀ ਕਹਿੰਦੇ ਹੈ ਵੀ ਭਾਵ ਜੋ ਜੰਮਣ ਮਰਨ ਰੂਪੀ ਸੰਸਾਰ ਹੈ, ਇਹਦੇ ਚੱਕਰ ਨੂੰ ਹਾਰਕ ਕਹੀਏ, ਨਾਸ਼ ਕਰਨ ਵਾਸਤੇ ਕਿਚਿਤ ਕਈ ਲੋਕ, ਕਈ ਗੁਣੀ ਗਿਆਨੀ ਅਤੇ ਵਿਦਵਾਨ ਨੇਮ ਸਾਧਨ ਨੂੰ ਆਖਦੇ ਵੀ ਨੇਮ ਸਾਧਨਾ ਕਰੇ, ਇਹ ਅਪਣਾਵੇ। ਯਮਹੀਂ ਭਵਹਾਰਕ ਔਰ ਬਖਾਨੇ, ਅਤੇ ਕੁਝ ਹੋਰ ਲੋਕ ਜਿਹੜੇ ਹੈ ਉਹ ਜੋ ਯਮ ਸਾਧਨਾ ਹੈ, ਹਠ ਯੋਗ ਦਾ ਪਹਿਲਾ ਨਿਯਮ, ਉਸ ਨੂੰ ਭਾਵ ਸੰਸਾਰ ਸਮੁੰਦਰ ਦੇ ਜੰਮਣ ਮਰਨ ਦੇ ਜਿਹੜੇ ਦੁੱਖ ਨੂੰ, ਚੱਕਰ ਨੂੰ ਹਾਰ ਕੇ ਨਾਸ਼ ਕਰਨ ਲਈ ਬਖਾਨੇ ਕਹਿੰਦੇ ਹਨ। ਉਹਦਾ ਆਪਾਂ ਪੜ੍ਹਿਆ ਹੈ। ਇੱਕ ਤਿਆਗ ਕਹੇ, ਇੱਕ ਦਾਨ ਕਹੇ, ਇੱਕ ਤੇ ਮੁਕਤੀ ਦਾ ਸਾਧਨ ਤਿਆਗ, ਤਿਆਗ ਛੱਡਣਾ ਕਥਨ ਕਰਦੇ ਹੈ, ਕਹੇ ਕਹੀਏ ਕਥਨ ਕਰਦੇ ਹਨ। ਇੱਕ ਦਾਨ ਕਹੇ, ਇੱਕ ਜਿਹੜੇ ਆ ਉਹ ਦਾਨ ਕਰਨ ਨੂੰ ਕਹੇ ਕਹੀਏ ਕਥਨ ਕਰਦੇ ਹਨ ਵੀ ਦਾਨ ਕਰੋ ਭਾਈ। ਇੱਕ ਤੇ ਮੁਕਤੀ ਦਾ ਸਾਧਨ ਕਹਿੰਦੇ ਵੀ ਤਿਆਗ ਕਰ ਦਿਓ, ਘਰਾਂ ਦਾ ਸਾਰਾ ਹੀ ਸਭ ਤਿਆਗ ਕਰ ਦਿਓ, ਤਿਆਗ ਨੂੰ ਕਹਿੰਦੇ। ਇੱਕ ਤੇ ਮੁਕਤੀ ਦਾ ਸਾਧਨ, ਇੱਕ ਦਾਨ ਕਹਿੰਦੇ ਵੀ ਦਾਨ ਕਰੋ ਤਾਂ ਮੁਕਤੀ ਹੋਵੇਗੀ। ਇੱਕ ਯੋਗ ਸੋ ਸਾਧਨ ਕੋਰ ਠਾਨੇ, ਅਤੇ ਇੱਕ ਇਹਨਾਂ ਨੇ ਜਿਹੜੀ ਯੋਗ ਸਾਧਨਾ ਹਠ ਯੋਗ, ਉਹਨੂੰ ਹੀ ਸ੍ਰੇਸ਼ਟ ਮੰਨ ਕੇ ਯੋਗ ਸਾਧਨਾ ਸੋ ਗਈ ਹੈ ਸ੍ਰੇਸ਼ਟ। ਜਿਹੜੀ ਸ੍ਰੇਸ਼ਟ ਯੋਗ ਸਾਧਨਾ ਜਾਂ ਯੋਗ ਸਾਧਨਾ ਨੂੰ ਸੋ ਗਈ ਸ੍ਰੇਸ਼ਟ ਸਾਧਨ ਮੰਨ ਕੇ ਅਤੇ ਆਪਣੇ ਔਰ ਠਾਨੇ ਹਿਰਦੇ ਵਿੱਚ ਸਥਿਤ ਕੀਤਾ ਹੋਇਆ ਹੈ। ਸਾਧਨ ਕੋ ਇੱਕ ਯੋਗ, ਇੱਕ ਜਿਹੜਾ ਯੋਗ ਸਾਧਨ ਹੈ ਉਹਨੂੰ ਵੀ ਕੁਦਰਤ ਨੂੰ, ਉਸ ਨੂੰ ਹੀ ਸੋ ਕਹੀਏ ਸ੍ਰੇਸ਼ਟ ਮੰਨ ਕੇ ਹਿਰਦੇ ਵਿੱਚ ਠਾਨੇ ਧਾਰਨ ਕੀਤਾ ਹੋਇਆ, ਸਥਿਤ ਕੀਤਾ ਹੋਇਆ ਵੀ ਇਹੀ ਮੁਕਤੀ ਦਾ ਸਾਧਨ ਹੈ। ਜਗ ਏਕ ਕਰੇ ਤਬ ਸਾਵਰ ਸਾਧਨ, ਇੱਕ ਲੋਕ ਸੰਸਾਰ ਅੰਦਰ ਤਾਮਸੀ ਜਿਹੜਾ ਤਪੱਸਿਆ ਭਾਵ ਜਲਧਾਰੀ ਧੂਣੀਆਂ ਆਦਿਕ ਨੂੰ ਵਾਰ ਕਹੀਏ ਸ੍ਰੇਸ਼ਟ ਸਾਧਨ ਮੰਨਦੇ ਹਨ। ਅਤੇ ਤੀਰਥ ਵਾਸ ਸੋ ਇੱਕ ਪਰਮਾਨੇ, ਇੱਕ ਇਹਨਾਂ ਨੇ ਤੀਰਥਾਂ ਉੱਪਰ ਵਾਸ ਕਹੀਏ, ਨਿਵਾਸ ਕਰਨ ਨਾਲ ਹੀ ਮੁਕਤੀ ਦੀ ਪ੍ਰਾਪਤੀ ਨੂੰ ਪਰਮਾਨੇ ਕਹੀਏ ਪ੍ਰਮਾਣਿਤ ਕੀਤਾ ਹੋਇਆ ਵੀ ਤੀਰਥਾਂ ਉੱਪਰ ਨਿਵਾਸ ਕੀਤੇ ਮੁਕਤੀ ਹੋ ਜਾਂਦੀ। ਇੱਕ ਤੇ ਜਿਹੜੇ ਵੀ ਤਪੱਸਿਆ ਕਰਨੀ, ਤਾਮਸੀ ਬੜੇ ਧੂਣੀਆਂ ਦਿਖਾਉਣੀਆਂ, ਹਠ ਕਰਨੇ, ਭੁੱਖੇ ਰਹਿਣਾ,
ਜਲ ਧਾਰਾ ਕਰਨੀਆਂ, ਨੰਗੇ ਪੈਰੀ ਰਹਿਣਾ, ਛੱਤ ਤੋਂ ਬਿਨਾਂ ਰਹਿਣਾ, ਜੰਗਲਾਂ 'ਚ ਰਹਿਣਾ। ਇੱਕ ਇਹਨਾਂ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਹੈ ਵੀ ਤਪ ਕਰਨਾ, ਤਪੱਸਿਆ ਕਰਨੀ, ਸਰੀਰ ਨੂੰ ਤਾਉਣਾ, ਕਠਿਨਾਈ ਦੇਣੀ, ਇਹ ਸ੍ਰੇਸ਼ਟ ਸਾਧਨ ਮੰਨਿਆ ਹੋਇਆ ਮੁਕਤੀ ਦਾ। ਇੱਕ ਜਿਹੜੇ ਆ ਉਹ ਤੀਰਥਾਂ ਦੇ ਨਿਵਾਸ ਕਰਨ ਨੂੰ ਹੀ ਮੁਕਤੀ ਦਾ ਸਾਧਨ ਪ੍ਰਮਾਣੇ ਕਹੀਏ, ਵਿਸ਼ੇਸ਼ ਕਰਕੇ ਮੰਨਦੇ ਪ੍ਰਮਾਣਿਤ ਮੰਨਦੇ ਹਨ। ਭਵਹਾਰਕ ਬ੍ਰਤ ਸੋ ਏਕ ਬਨੇ, ਇਸ ਕਲੋਕ ਜਿਹੜੇ ਹੈ ਭਾਵ ਸੰਸਾਰ ਜੋ ਜੰਮਣ ਮਰਨ ਰੂਪੀ ਜੰਮਣ ਮਰਨ ਦੇ ਚੱਕਰ ਨੂੰ ਹਾਰਕ ਕਹੀਏ, ਨਾਸ਼ ਕਰਨ ਦਾ ਸਾਧਨ। ਵਰਤ ਵਰਤਾਂ ਨੂੰ ਜਿਹੜੇ ਵਰਤ ਰੱਖਦੇ, ਕਰਵਾ ਚੌਥ ਆਦਿ ਇਤਿਆਦਿਕ ਬਹੁਤ ਵਰਤ ਹੈ, ਉਹ ਵਰਤਾਂ ਨੂੰ ਹੀ ਭਨੇ ਕਹੀਏ ਕਥਨ ਕਰਦੇ ਹੈ। ਪਰੰਤੂ ਹਮ ਤੋ ਇੱਕ ਰਾਮ ਹੈ ਨਾਮ ਪਛਾਨੇ। ਪੰਡਿਤ ਗੁਲਾਬ ਸਿੰਘ ਜੀ ਇੱਥੇ ਤੱਤਮਈ ਸਿਧਾਂਤਮਈ ਵਚਨ ਕਹਿੰਦੇ ਹੈ ਵੀ ਬੜਾ ਕੁਝ ਇੱਦਾਂ ਕੁਝ ਕਹਿੰਦੇ ਸਾਰੇ। ਹਮ ਤੋਂ, ਹਮ ਅਰਥ ਅਸੀਂ, ਤੋ ਦਾ ਅਰਥ ਤਾਂ। ਅਸੀਂ ਤਾਂ ਸੰਸਾਰ ਤੋਂ ਕਲਿਆਣ ਕਰਨ ਲਈ, ਮੁਕਤੀ ਕਰਨ ਲਈ ਇੱਕ ਰਾਮ ਹੈ, ਇੱਕੋ ਇੱਕ ਜੋ ਰਾਮ ਹੈ ਪਰਮਾਤਮਾ ਵਾਹਿਗੁਰੂ ਰਮੰਤੀ ਰਾਮ ਪਰਮੇਸ਼ਰ ਹੈ, ਉਹਦਾ ਹੀ ਜਿਹੜਾ ਉਹਦਾ ਨਾਮ ਪਵਿੱਤਰ ਹੈ, ਪਛਾਣੇ ਉਹਨੂੰ ਹੀ ਪਛਾਣਨਾ ਕੀਤਾ ਕਿ ਕਲਿਆਣ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੀ ਹੈ। ਨਾਮ ਤੋਂ ਬਿਨਾਂ ਕੋਈ ਨਹੀਂ ਤਰਿਆ, ਨਾਮ ਬਿਨਾਂ ਕਹੋ ਕਿਉ ਤਰਿਆ, ਜੁਗ ਚਾਰੇ ਨਾਮ ਵਡਿਆਈ ਹੋਈ, ਕਲਯੁਗ ਮਹਿ ਰਾਮ ਨਾਮ ਨਿਸਤਾਰਾ। ਰਾਮ ਦੇ ਨਾਮ ਨਾਲ ਹੀ ਮੁਕਤੀ ਕਲਿਆਣ ਹੈ। ਇਸ ਕਰਕੇ ਭਾਈ ਨਾਮ ਦੀ ਕਮਾਈ ਕਰੋ, ਜਿਸ ਕਰਕੇ ਸਾਡਾ ਲੋਕ ਸੁਖੀ ਪਰਲੋਕ ਸੁਹੇਲੇ ਹੋ ਸਕਦਾ ਹੈ। ਇੱਥੇ ਜਿਹੜੇ ਹੈ ਭਾਵ ਰਸਾਂ ਅੰਮ੍ਰਿਤ ਦੇ 84 ਜਿਹੜੇ ਹੈ ਉਹ ਛੰਦ ਸਵਈਆਂ ਦੋਹਰਿਆਂ ਸਮੇਤ ਹੋ ਚੁੱਕੇ ਹੈ। ਅੱਗੇ ਜਿਵੇਂ ਕਥਾ ਵਿਚਾਰ ਆਏਗੀ ਆਪਾਂ ਸਰਵਣ ਕਰਾਂਗੇ। ਇਹਦਾ ਵਿਸਥਾਰ ਸੀ, ਜਿਸ ਕਰਕੇ ਟਾਈਮ ਬਹੁਤ ਲੱਗ ਗਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਜਗ ਏਕ ਕਰੇ ਤਪਸਾ ਵਰ ਸਾਧਨ, ਤੀਰਥ ਵਾਸ ਸੋ ਏਕ ਪਰਮਾਨੇ, ਭਵਹਾਰਕ ਬ੍ਰਤ ਸੋ ਏਕ ਬਨੇ, ਹਮ ਤੋ ਇੱਕ ਰਾਮ ਹੈ ਨਾਮ ਪਛਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।